Subscribe to our YouTube channel. Press the bell icon to get the latest updates. आओ जी आओ प्रधान साहब आओ जी भोला साहब भोला साहब आओ अगे पता 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 सेम भाजी आओ ओ गुरु ताला जोड़ गया तू सेम जी आओ आ लंगन दो सेम भोला जी भोला जी महाराज भोला जी महाराज भोला जी महाराज भोला जी ला दो मास्क तो भोला जी तिलकराज जी आओ जी इधर एक मिनट चुप कर जा यार ਇਹ ਬੀਐਸਪੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤਰਸੇਮ ਸਿੰਘ ਭੋਲਾ ਜੀ ਅੱਜ 40 ਤੋਂ 50 ਪਰਿਵਾਰਾਂ ਦੇ ਨਾਲ ਸਾਡੇ ਨਾਲ ਜੁਆਇਨ ਕਰ ਰਹੇ ਆ ਬੋਲੇ ਸੋ ਨਿਹਾਲ ਸਰਦਾਰ ਨਵਜੋਤ ਸਿੰਘ ਸਿੱਧੂ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਅਸਰੋਪਾ ਦੋ ਮੋਦੀ ਭਾਜੀ ਅੰਗਰੇਜ਼ੀ ਜੀ ਐਸਡੀਓ ਸਾਹਿਬ ਤਿਲਕਰਾਜ ਜੀ ਵੀ ਆਓ ਆਓ ਜੀ ਤਿਲਕਰਾਜ ਜੀ ਬੋਲੇ ਸੋਨਿਆ ਸਰਦਾਰ ਨਵਜੋਤ ਸਿੰਘ ਸਿੱਧੂ ਦਵਿੰਦਰ ਕੁਮਾਰ ਜੀ ਮੇਰੇ ਵੱਡੇ ਭਰਾ ਜੀ ਇਹਨਾਂ ਵੱਲ ਲੈ ਕੇ ਦਵਿੰਦਰ ਕੁਮਾਰ ਜੀ ਤਿਲਕਰਾਜ ਜੀ ਦਵਿੰਦਰ ਕੁਮਾਰ ਜੀ ਐਸੀ ਸਾਹਿਬ ਆਓ ਜੀ ਹੋਰ ਕੌਣ ਜੀ ਐਸੀ ਸਾਹਿਬ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤਿਲਕਰਾਜ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਸੁੱਚਾ ਮਸੀਹ ਜੀ ਸੁੱਚਾ ਮਸੀਹ ਹਾਂਜੀ ਲਓ ਸੁੱਚਾ ਮਸੀਹ ਜੀ ਸਿੱਧੂ ਸਾਹਿਬ ਵੀ ਵਿਚਾਰ ਆ ਜਾਓ ਇਹਨਾਂ ਦੇ ਕੋਈ ਗੱਲ ਨਹੀਂ ਸੁੱਚਾ ਮਸੀਹ ਸਾਹਿਬ ਸੁੱਚਾ ਮਸੀਹ ਜੀ ਡਾਕਟਰ ਸਾਹਿਬ ਡਾਕਟਰ ਕਿਹੜੇ ਡਾਕਟਰ ਸਾਹਿਬ ਵੀ ਆਓ ਜੀ ਡਾਕਟਰ ਸਾਹਿਬ ਆਓ ਡਾਕਟਰ ਸਾਹਿਬ ਡਾਕਟਰ ਸਾਹਿਬ ਆਓ ਅੱਗੇ ਆਪਣੇ ਬੰਦੇ ਥੋੜਾ ਜਿਹਾ ਪਿੱਛੇ ਹੋ ਜੋ ਇਹਨਾਂ ਨੂੰ ਆ ਲੈਂਦੇ ਹੋ ਬਾਕੀ ਥੱਲੇ ਆਪਣੇ ਬੰਦੇ ਥੋੜਾ ਜਿਹਾ ਪਿੱਛੇ ਹੋ ਇਹਨਾਂ ਨੂੰ ਆਓ ਡਾਕਟਰ ਸੇਮ ਭੋਲਾ ਜੀ ਵਧੀਆ ਵਰਕਰ ਨੇ ਇੱਕ ਤਗੜੇ ਮਿਹਨਤੀ ਸਾਥੀ ਸਾਡੇ ਆ ਰੇਸ਼ਮ ਸਿੰਘ ਕਾਕਾ ਰੇਸ਼ਮ ਸਿੰਘ ਕਾਕਾ ਜੀ ਚਲੋ ਰੇਸ਼ਮ ਸਿੰਘ ਕਾਕਾ ਜੀ ਰੇਸ਼ਮ ਸਿੰਘ ਕਾਕਾ ਜੀ ਆਓ ਜੀ ਲਓ ਮੈਂ ਹੁਣ ਚਾਰ ਸ਼ਬਦ ਬੋਲਾਂ ਇਹਨਾਂ ਨੂੰ ਰੇਸ਼ਮ ਸਿੰਘ ਕਾਕਾ ਜੀ ਸਰੋਪਾ ਪਾ ਦਿਓ ਜੀ ਲਓ ਜੀ ਬੱਬਰ ਸ਼ੇਰ ਹਾਂਜੀ ਜੀ ਸਮਾਈਲਾਂ ਦੇ ਰਿਹਾ ਪੂਰਾ ਸੋਤਾ ਸਾਹਿਬ ਕੈਮ ਹੋ ਓਕੇ ਚੰਨਣ ਕਿਵੇਂ ਆ ਬਿੱਟੂ ਕਿੱਥੇ ਬਿੱਟੂ ਘਰੇ ਆ ਲਓ ਜੀ ਹੋ ਗਿਆ ਮੈਂ ਕਿਹਾ ਜੀ ਬੁਲਾਓ ਜੀ ਆਓ ਮਹਾਰਾਜ ਬੁਲਾਓ ਆਪਣੇ ਬੰਦੇ ਜਗ੍ਹਾ ਦੇ ਦਿਓ ਮੇਰੇ ਵੀ ਥੋੜਾ ਇਹਨਾਂ ਨੂੰ ਪਾ ਦੋ ਭਾਜੀ ਇਹਨਾਂ ਨੂੰ ਲੈ ਕੇ ਆਓ ਜਾਓ ਮੋਤੀ ਪਾਓ ਵਾਹ ਨਾ ਪਾ ਦਮਨ ਕਿੱਥੇ ਆ ਦਮਨ ਪਾ ਪੁੱਤਰ ਬੋਲੇ ਸੋ ਨਿਹਾਲ ਆਓ ਜੀ ਪਾਓ ਹੋਰ ਕੌਣ ਜਿੰਨੇ ਹੈ ਬਾਉ ਜੀ ਪਵਾ ਦੇ ਸਾਰੇ ਜਿੰਨੇ ਪਾ ਉਧਰ ਆਏ ਸਾਰੇ ਆਓ ਤੁਹਾਡੇ ਰਹਿ ਗਏ ਤੁਸੀਂ ਰਹਿ ਗਏ ਹੋ ਆਓ ਤੁਸੀਂ ਆ ਪਾ ਆ ਲਓ ਭਾਜੀ ਇਹਨਾਂ ਦੇ ਪੰਜਾਬ ਦੇ ਲੋਕ ਪੰਜਾਬ ਦੀ ਆਤਮਾ ਨੇ ਔਰ ਜਦੋਂ ਆਤਮਾ ਦੀ ਆਵਾਜ਼ ਬੁਲੰਦ ਹੁੰਦੀ ਹੈ ਔਰ ਇਲੈਕਸ਼ਨ ਕਮਿਸ਼ਨ
ਉਸ ਗੱਲ ਨੂੰ ਮੰਨਦਾ ਹੈ ਤੇ ਚੰਗੀ ਗੱਲ ਹੈ। ਇਹਦੇ 'ਚ ਕੋਈ ਇਹੋ ਜਿਹੀ ਮਾੜੀ ਗੱਲ ਨਹੀਂ। ਲੋਕਾਂ ਦੀ ਆਵਾਜ਼ ਸੀ। ਅੱਜ ਮੈਂ ਜਦੋਂ ਆ ਰਿਹਾ ਸੀ ਤੇ ਰਸਤੇ 'ਚ ਧਰਨਾ ਲੱਗਾ ਸੀ ਤੇ ਮੈਂ ਵਾਇਆ ਕਪੂਰਥਲਾ ਆਇਆ, ਉਹਨਾਂ ਨੂੰ ਸਨਮਾਨ ਦਿੰਦੇ ਹੀ ਆਇਆ। ਲੇਕਿਨ ਅਗਰ ਉਹਨਾਂ ਦੀ ਕੋਈ ਫਰਿਆਦ ਹੈ ਔਰ ਧਾਰਮਿਕ ਫਰਿਆਦ ਹੈ ਤੇ ਇਹਦੇ 'ਚ ਤੁਸੀਂ ਮੈਨੂੰ ਦੱਸੋ, ਸਮੂਹਿਕ ਤੌਰ ਦੇ ਉੱਤੇ ਅਗਰ ਕੋਈ ਲੱਖਾਂ ਬੰਦਿਆਂ ਦੀ ਆਵਾਜ਼ ਉੱਠੀ ਹੈ ਔਰ ਚੀਫ ਮਿਨਿਸਟਰ ਨੇ ਉਹਨੂੰ ਬਲ ਦਿੱਤਾ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਮੰਨੀ, ਅਸੀਂ ਉਹਦਾ ਇਸਤਕਬਾਲ ਕਰਦੇ। ਇੱਕ ਆਸ਼ੂ ਬਾਂਗਰ ਜਿਹੜਾ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਸੀ, ਉਹ ਸਾਨੂੰ ਰਾਤ ਨੂੰ ਹੀ ਪਤਾ ਹੈ, ਉਹ ਜੁਆਇਨ ਕਰ ਰਿਹਾ ਹੈ, ਕਾਂਗਰਸ ਨੂੰ ਜੁਆਇਨ ਕਰੇਗਾ। ਔਰ ਮੈਂ ਕਿਹਾ ਤੂੰ ਯਾਰ ਜਿਸ ਤਰ੍ਹਾਂ ਅੱਜ ਉੱਥੇ ਜੁਆਇਨ ਕੀਤਾ ਪਟਿਆਲੇ ਅੱਜ ਜੁਆਇਨਿੰਗ ਹੋਈ ਹੈ ਨਾ, ਉਸੇ ਤਰ੍ਹਾਂ ਫਿਰੋਜ਼ਪੁਰ ਰੂਰਲ ਦੇ ਲਈ ਜੁਆਇਨਿੰਗ ਹੋਏਗੀ। ਪਰ ਉਹ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਕਿ ਕਾਂਗਰਸ ਜਿਹੜੀ ਹੈ ਸਾਡੇ ਬੰਦੇ ਖਿਸਕਾ ਰਹੀ ਹੈ ਬਾਈ। ਤੇ ਮੈਨੂੰ ਇੱਕ ਗੱਲ ਦੱਸ, ਕਾਂਗਰਸ ਐ ਕਰ, ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟ ਦੇਖ ਕਿੱਥੋਂ ਲਿੱਤੇ ਆ? ਇਹਨਾਂ ਦੇ ਪਿਓ ਦੇ ਸੀ? ਕਿੱਥੋਂ ਲਿੱਤੇ ਆ? ਪੁੱਛ ਜਰਾ ਕਿੱਥੋਂ ਲਿੱਤੇ ਆ? ਸਾਰੀ ਕਾਂਗਰਸ ਦੀ ਝੂਠ ਹੈ। ਹੱਸ ਲੋ ਪਰ ਗੱਲ ਸੱਚੀ ਹੈ, ਮੈਂ ਜਿਹੜੀ ਗੱਲ ਕਹਿ ਰਿਹਾ। ਫਿਰ ਮੇਰੀ ਗੱਲ ਨੂੰ ਸਮਝ ਲਓ ਕਿ ਜਿਹੜੀ ਗੱਲ ਇਹਨਾਂ ਨੇ ਕੀ ਉੱਤੋਂ ਲਿਆਂਦੇ ਆ ਸਾਰੇ। ਉਹ ਕਹਿੰਦੇ ਧਮਕਾ ਰਹੇ, ਕਾਂਗਰਸ ਦੇ ਨੇਤਾ ਧਮਕਾ ਰਹੇ ਨੇ। ਭਾਈ ਸਾਡੀ ਹੁਣ ਸਰਕਾਰ ਨਹੀਂ, ਕੋਈ ਬੰਦਾ ਸਰਕਾਰ 'ਚ ਨਹੀਂ। ਧਮਕਾਣ ਕੌਣ ਰਿਹਾ? BSF 40 ਕਿਲੋਮੀਟਰ ਅੰਦਰ ਚੱਤੀ ਇਹਨਾਂ ਨੇ ਤੇ ਹੋਰ ਦੱਸ ਧਮਕਾਉਣ ਨੂੰ ਕੌਣ ਰਹਿ ਗਿਆ ਭਾਈ? ਐਵੇਂ ਫਰੋਟੀਆਂ ਕੈਮਰੇ ਸਾਹਮਣੇ ਆਓ, ਸਾਹਮਣੇ ਆ ਗਿਆ ਵਾਪਸ। ਹਾਂ ਕਹਿੰਦਾ ਮੈਂ ਵਾਪਸ ਹੁਣ, ਮੈਂ ਆ ਜਾ ਮਿੱਤਰ ਪਿਆਰੇ। ਅੱਛਾ ਵੇਖੋ ਕਿਸੇ ਨਾ ਕਿਸੇ ਦੇ ਉੱਤੇ ਤੇ ਬਹਾਨਾ ਮਾਰਨਾ ਹੀ ਹੁੰਦਾ ਤੇ ਸਿੱਧੂ ਨਾਲੋਂ ਵੱਡਾ ਬਹਾਨਾ ਕੌਣ ਹੈ ਦੱਸੋ ਮੈਨੂੰ? ਹਾਂ ਮੇਰੀ ਇੱਕ ਗੱਲ ਨੂੰ ਸੁਣੋ ਯਾਰ, ਇੱਥੇ ਕੋਈ ਸਾਹਿਬ ਨਹੀਂ, ਸਾਰੇ ਵਰਕਰ ਨੇ। ਪਹਿਲੀ ਗੱਲ ਨੂੰ ਸਮਝ ਲਓ, ਵਰਕਰ ਬਣ ਕੇ ਕੋਈ ਵਾਪਸ ਆਉਣਾ ਚਾਹੁੰਦੇ ਜੀ ਆਇਆਂ ਨੂੰ, ਇਹ ਤੇ ਡੈਮੋਕ੍ਰੈਟਿਕ ਪ੍ਰਿੰਸੀਪਲ ਨੇ। ਪਰ ਕਾਂਗਰਸ ਪਾਰਟੀ, ਸਰਦਾਰ ਸਾਹਿਬ ਥੋੜਾ ਪਾਸੇ ਹੋ ਜਾ, ਕੋਈ ਗੱਲ ਨਹੀਂ, ਠੀਕ ਹੈ ਠੀਕ ਹੈ। ਵੇਖੋ ਕਾਂਗਰਸ ਪਾਰਟੀ ਐਤਕੀ ਏਜੰਡੇ ਦੇ ਉੱਤੇ ਇਲੈਕਸ਼ਨ ਲੜੇਗੀ ਔਰ ਐਜ਼ ਕਾਂਗਰਸ ਦਾ ਪ੍ਰਧਾਨ ਮੈਂ ਤੁਹਾਨੂੰ ਜ਼ੁਬਾਨ ਦੇ ਰਿਹਾ, ਜਿਹੜੀ ਗੱਲ ਮੈਂ ਕਰੂੰਗਾ ਉਹ ਨਾ ਤੇ 5000 ਵਾਅਦਿਆਂ ਵਾਲੀ ਹੈ, ਨਾ 500 ਵਾਅਦਿਆਂ ਵਾਲੀ ਹੈ, ਉਹ 13 ਨਕਾਤੀ ਪ੍ਰੋਗਰਾਮ ਦੀ ਹੈ। ਤੇ ਵੇਖ ਲਓ ਕੇਜਰੀਵਾਲ ਆ ਕੇ ਕਹਿੰਦਾ ਨਕਲੀ ਕੇਜਰੀਵਾਲ ਫਿਰਦੇ, ਨਕਲੀ ਸਿੱਧੂ ਫਿਰਦੇ ਕਿ ਨਹੀਂ? ਫੋਟੋ ਸਟੇਟ ਦੀ ਦੁਕਾਨ ਤੇ ਖੜ ਕੇ ਮਾਰਦੇ ਕਿ ਨਹੀਂ? ਨਾਲ ਨਕਲ ਠਾ ਦੇਣੇ ਹੈ, ਐਂ ਠੋਕ ਕੇ ਉਹੀ ਨਕਲ ਮਾਰੀ ਹੈ। ਨਹੀਂ ਤੇ ਇਹਨੂੰ ਪੁੱਛੋ ਇਹ ਪੈਸੇ ਕਿੱਥੋਂ ਲਿਆਊਗਾ। ਵੇਖੋ ਸਭ ਤੋਂ ਵੱਡੀ ਚੀਜ਼ ਹੈਗੀ ਹੈ ਇਨਕਮ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਨੇ, ਚਾਹੇ ਉਹ ਸ਼ਰਾਬ ਦੀ ਕਾਰਪੋਰੇਸ਼ਨ ਜਿਹੜੀ ਇਹਨੇ ਪੌਂਟੀ ਚੱਡੇ ਨੂੰ ਚੁਕਾਤੀ, ਜਿਹੜੀ ਇਹਨੇ ਦੀਪ ਮਲਹੋਤਰੇ ਨੂੰ ਚੁਕਾਤੀ, ਉਹ ਤੋਂ ਘੱਟ ਨਹੀਂ 25000 ਕਰੋੜ ਰੁਪਏ, ਚਾਹੇ L1 ਦੇ ਲਾਇਸੈਂਸ ਹੋਣ, ਚਾਹੇ ਸ਼ਰਾਬ ਹੋਵੇ, ਵੈਟ ਲਾਵਾਂਗੇ। ਇਹ ਧਿਆਨ ਨਾਲ ਸਮਝ ਲਓ, ਵੈਟ ਲਾਵਾਂਗੇ। ਔਰ ਅਗਰ ਤੁਸੀਂ ਦੇਖੋ GST ਦੇ ਪ੍ਰਵਿਊ ਤੋਂ ਸ਼ਰਾਬ ਬਾਹਰ ਹੈ, ਰੇਤਾ ਬਾਹਰ ਹੈ, ਔਰ ਤੁਸੀਂ ਵੈਟ ਲਾ ਸਕਦੇ ਹੋ। ਇਹ ਵੈਟ ਲਾ ਕੇ 37000 ਕਰੋੜ ਰੁਪਏ ਤਮਿਲਨਾਡੂ ਕਮਾਉਂਦਾ। ਖਪਤ ਸਾਡੇ ਨਾਲੋਂ ਅੱਧੀ ਹੈ, ਨੌਕਰੀਆਂ 60000 ਦਿੰਦਾ। ਇਸੇ ਤਰ੍ਹਾਂ ਰੇਤਾ ਕਰੀਬ 25000 ਕਰੋੜ ਰੁਪਇਆ ਸ਼ਰਾਬ ਚੋਂ, 3000 ਕਰੋੜ ਰੁਪਇਆ ਮੈਕਸਿਮਮ ਅਗਰ ਕੱਢਾਂਗੇ ਤਾਂ 3000 ਕਰੋੜ ਰੁਪਇਆ 2-3 ਸਾਲਾਂ ਦੇ ਵਿੱਚ ਅਸੀਂ ਵਧਾ ਕੇ ਇਹ ਅਸੀਂ ਰੇਤੇ ਚੋਂ ਕੱਢਾਂਗੇ। ਔਰ ਮੈਂ ਛਾਤੀ ਠੋਕ ਕੇ ਕਹਿ ਰਿਹਾ ਕਿ ਪੰਜਾਬ ਦੀ ਇਕਨੋਮੀ ਠੇਕੇਦਾਰਾਂ ਨੂੰ ਵੇਚਤੀ, ਪਿਛਲੇ 5 ਸਾਲਾਂ 'ਚ ਠੇਕੇਦਾਰਾਂ ਨੂੰ ਵੇਚੀ ਰੱਖੀ ਹੈ। ਇਹ ਠੇਕੇਦਾਰੀ ਸਿਸਟਮ ਕਹਾਂਗੇ। ਪੰਜਾਬ ਦਾ ਜਿਹੜਾ ਮਨ ਹੈ, ਪੰਜਾਬ ਦਾ ਜਿਹੜਾ ਦਿਲ ਹੈ, ਉਹਨੂੰ ਆਊਟਸੋਰਸ ਕਰਤਾ ਵੱਡੀਆਂ ਕੰਪਨੀਆਂ ਨੂੰ। ਉਹੀ ਟੈਂਡਰ ਬਣਾ ਕੇ ਦਿੰਦੇ ਆ। ਲੈਜਿਸਲੇਚਰ ਛੋਟਾ ਕਰਤਾ, ਗੌਣ ਕਰਤਾ। ਜੇ ਮੈਂ ਕਰਪਸ਼ਨ ਦੂਰ ਕਰਨੀ ਹੋਵੇ ਸਾਹਿਬ ਤੇ ਮੈਨੂੰ ਉਮਰ ਲੱਗ ਜੂਗੀ, ਕਰਪਸ਼ਨ ਨਹੀਂ ਦੂਰ ਹੋਣੀ ਪੰਜਾਬ 'ਚ। ਲੇਕਿਨ ਜੇ ਮੈਂ ਈ ਗਵਰਨੈਂਸ ਔਰ ਈ ਪੋਰਟਲ ਲੈ ਆਉਣਾ, ਜਿਹੜਾ ਮੇਰਾ ਪਹਿਲਾਂ ਦਾ ਸੁਪਨਾ ਸੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਠਪੁਤਲੀ ਬਣ ਕੇ ਹੋਣ ਨਹੀਂ ਦਿੱਤਾ, ਸਿਸਟਮ ਰੈਜ਼ਿਸਟ ਕਰਦਾ ਸੀ। ਲੜਾਈ ਸਿਸਟਮ ਨੂੰ ਚੇਂਜ ਕਰਕੇ ਇੱਕ ਨਵੇਂ ਸਿਸਟਮ ਨੂੰ ਖੜਾ ਕਰਨ ਦੀ ਹੈ। ਔਰ ਉਸ ਨਵੇਂ ਸਿਸਟਮ ਦੇ ਵਿੱਚ ਇਹ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਉਹ ਗਵਰਨਮੈਂਟ ਰਿਫਾਰਮਸ ਨੇ, ਗਵਰਨੈਂਸ ਰਿਫਾਰਮਸ। ਔਰ ਗਵਰਨੈਂਸ ਰਿਫਾਰਮਸ ਦੇ ਵਿੱਚ ਜਿੱਤੇਗਾ ਪੰਜਾਬ ਕਮਿਸ਼ਨ ਬਣਾਵਾਂਗੇ, ਜਿਹੜਾ ਪਲੈਨਿੰਗ ਬੋਰਡ ਜਵਾਹਰ ਲਾਲ ਨਹਿਰੂ ਜੀ ਦੀ ਹੁੰਦੀ ਸੀ। ਇੱਥੇ ਦੇ ਜਿਹੜੇ ਪਲੈਨਿੰਗ ਬੋਰਡ ਵਾਲੇ ਬੰਦੇ ਆ, ਇਨਵੈਸਟਮੈਂਟਾਂ ਕਰਦੇ ਆ ਮੱਧ ਪ੍ਰਦੇਸ਼, ਉਹਨਾਂ ਨੂੰ ਕੱਖ ਪਤਾ ਨਹੀਂ, ਸਮਝਿਆ ਨਹੀਂ। ਇੱਕ ਮਿਨਿਸਟਰੀ ਦੇ ਨਾਲ ਇੱਕ ਬੰਦਾ ਜੋੜਾਂਗੇ ਔਰ ਹਰ ਚੀਜ਼ ਈ ਗਵਰਨੈਂਸ ਦੇ ਰਾਹੀਂ ਅਸੀਂ 170 ਸਰਵਿਸਿਜ਼ ਜਿਹੜੀਆਂ ਆਮ ਲੋਕਾਂ ਦੀਆਂ ਨੇ,
ਤੁਸੀਂ ਤਹਿਸੀਲ 'ਚ ਜਾਓ ਉੱਥੇ ਪੈਸੇ ਮੰਗਦੇ ਆ, ਤੁਸੀਂ म्यूनसिपैलिटी 'ਚ ਜਾਓ सर्टिफिकेट ਲੈਣਾ ਹੋਵੇ, बर्थ सर्टिफिकेट, डेथ सर्टिफिकेट, लाइसेंस, ਉੱਥੇ ਪੈਸੇ ਮੰਗਦੇ ਆ। ਘਰੇ ਬੈਠੇ ਮਿਲੂ। ਤੁਸੀਂ ਘਰ ਦਾ ਲਾਇਸੈਂਸ ਬਣਾਉਣਾ ਘਰੇ ਬੈਠੇ ਮਿਲੂ। ਔਰ ਇਹ ਸੁਪਨਾ ਜਿਹੜਾ ਕਾਂਗਰਸ ਦਾ ਹੈਗਾ, ਇਹ ਰਾਹੁਲ ਜੀ ਨਾਲ ਗੱਲ ਕਰਕੇ ਹੀ ਮੈਂ ਗੱਲ ਕਰ ਰਿਹਾ। ਇਹ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ, ਇਹ ਸਭ ਤੋਂ ਵੱਡੇ ਗਵਰਨੈਂਸ ਰਿਫਾਰਮਸ ਜਿਹੜੇ ਨੇ। ई पोर्टल, ਕਿਸੇ ਨੇ ਅਗਰ ਕੋਈ ਵੀ ਪਰਮਿਸ਼ਨ ਲੈਣੀ ਹੈ ਇੰਡਸਟਰੀ ਦੀ, ई पोर्टल ਤੋਂ ਸਿੱਧਾ ਸਿੰਗਲ ਵਿੰਡੋ ਸਿਸਟਮ। ਇਹ ਨਹੀਂ ਵੀ ਸਿੰਗਲ ਵਿੰਡੋ ਸਿਸਟਮ ਦੇ ਪਿੱਛੇ 25 ਵਿੰਡੋਆਂ ਖੁੱਲ ਰਹੀਆਂ ਨੇ, ਚਾਹੇ ਉਹ NRI ਹੋਵੇ, ਕੋਈ ਹੋਵੇ, ਉਹਨੂੰ ਐ ਫੈਸਿਲਿਟੇਟ ਕਰਾਂਗੇ ਕਿ 15 ਦਿਨਾਂ ਦੇ ਅੰਦਰ ਅੰਦਰ ਉਹਨੂੰ ਕਲੀਅਰੈਂਸ ਮਿਲ ਕੇ ਉਹਦੇ ਹੱਥ ਦੇ ਵਿੱਚ ਆ ਜਾਏਗੀ। ਔਰ ਇਹ ਜਦੋਂ ई ਗਵਰਨੈਂਸ ਤੈਅ ਹੋਈ, ई ਫਾਈਲਿੰਗ ਤੈਅ ਹੋਈ ਹੈ, 8-8 ਮਹੀਨਿਆਂ ਫਾਈਲਾਂ ਨਹੀਂ ਹਿਲਦੀਆਂ, ਉਹ ਪੂਰੀਆਂ। ਫਿਰ ਅਗਲਾ ਵੱਡਾ ਪੁਆਇੰਟ ਜਿਹੜਾ ਹੈਗਾ ਕਿ ਗ੍ਰਹਿਣੀਆਂ ਨੂੰ ਜਿਹੜੀਆਂ ਜ਼ਰੂਰਤਮੰਦ ਨੇ, ਇਹ ਸਮਝ ਲੈਣਾ, ਹੁਣ ਨੌਕਰੀਸ਼ੁਦਾ ਨਹੀਂ ਕਿ ਤੁਸੀਂ ਕਹੋ ਜੀ ਵੀ ਜਿਹੜੀ ਨੌਕਰੀ ਕਰਦੀ ਹੈ 50,000 ਹੈ, ਉਹਨੂੰ ਵੀ ਨਾ, ਜ਼ਰੂਰਤਮੰਦ ਜਿਹੜੀਆਂ ਗ੍ਰਹਿਣੀਆਂ ਨੇ 2,000 ਰੁਪਏ 8 ਸਿਲੰਡਰ। ਪੜ੍ਹਾਈ ਨੂੰ ਪੂਰੀ ਤਰ੍ਹਾਂ ਇਨਸੈਂਟੀਵਾਈਜ਼ ਕਰਾਂਗੇ। 5ਵੀਂ ਪਾਸ ਕਰੇਗੀ 5,000, 8ਵੀਂ ਪਾਸ ਕਰੇਗੀ 10,000, 10ਵੀਂ ਪਾਸ ਕਰੇਗੀ 15,000 ਨਾਲ ਟੈਬਲੇਟ, ਜਿਹੜੀ ਕਿ ਘਰੇ ਬੈਠ ਕੇ ਵੀ ਤੁਸੀਂ ਐਗਜ਼ਾਮਸ ਵਗੈਰਾ ਦੇ ਸਕਦੇ ਹੋ। 12ਵੀਂ ਪਾਸ ਕਰੇਗੀ 20,000 ਰੁਪਏ। ਔਰ ਅਸੀਂ ਐਂਟਰਪ੍ਰੈਨਰ ਕ੍ਰੀਏਟ ਕਰ ਰਹੇ ਹਾਂ। ਅਸੀਂ ਕੋਈ ਇਹ ਲੋਲੀਪੌਪ ਨਹੀਂ ਦੇ ਰਹੇ ਕੇਜਰੀਵਾਲ ਵਾਂਗ ਕਿ ਜੀ ਤੇ 18 ਸਾਲ ਤੋਂ ਉੱਤੇ ਔਰ ਤੇਰੀ ਵੋਟ ਹੈ ਤਾਂ ਹੀ ਤੈਨੂੰ ਅਸੀਂ 1,000 ਰੁਪਏ ਦੇਵਾਂਗੇ, ਤੇ ਜਿਹੜੀਆਂ 18 ਸਾਲ ਤੋਂ ਥੱਲੇ ਆ ਉਹਨਾਂ ਨੂੰ ਕੱਖ ਨਹੀਂ ਦੇਵਾਂਗੇ। ਅਸੀਂ ਉਹਨਾਂ ਨੂੰ ਇਕਨੋਮੀ ਦਾ ਹਿੱਸਾ ਬਣਾ ਰਹੇ ਹਾਂ, ਇਕਨੋਮੀ ਦਾ ਹਿੱਸਾ ਬਣਾ ਰਹੇ ਹਾਂ। ਇੱਕ ਅਗਲੀ ਜਨਰੇਸ਼ਨ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਹਾਂ, ਪੜ੍ਹਾਈ 'ਚ ਇਨਵੈਸਟਮੈਂਟ ਕਰ ਰਹੇ ਹਾਂ। 23 ਸਕਿੱਲ ਡਿਵੈਲਪਮੈਂਟ ਸੈਂਟਰ ਤੁਸੀਂ ਦੇਖ ਲਓ, ਜਿੰਨੇ ਡਿਵੈਲਪਮੈਂਟ ਸੈਂਟਰ ਨੇ, ਸਕਿੱਲ ਡਿਵੈਲਪਮੈਂਟ ਸੈਂਟਰ ਪੈਸਿਆਂ ਦੇ ਅੱਡੇ ਹੈ, ਪੈਸੇ ਕਮਾਉਣ ਦੇ ਅੱਡੇ। 4,000 ਦੀ ਨੌਕਰੀ ਨਹੀਂ ਦੇ ਸਕਦੇ। ਫਿਰ ਉਹ ਚਾਹੇ ਸਿਲਾਈ ਸਿੱਖੇ, ਚਾਹੇ ਐਮਬਰਾਇਡਰੀ ਸਿੱਖੇ, ਚਾਹੇ ਉਹ ਕੁਕਿੰਗ ਸਿੱਖੇ, ਜਦੋਂ ਉਹ ਸਰਕਾਰੀ ਤੌਰ ਦੇ ਉੱਤੇ ਸਿੱਖੇਗੀ ਤੇ 2 ਲੱਖ ਤੋਂ 16 ਲੱਖ ਦਾ ਇੰਟਰਸਟ ਫ੍ਰੀ ਲੋਨ ਹੈ। ਇਹ ਇਕਨੋਮੀ ਦੇ ਵਿੱਚ ਇਨਵੈਸਟ ਕਿਸ ਤਰ੍ਹਾਂ ਹੋਏਗਾ? ਕਰੀਬ 32,000 ਕਰੋੜ ਰੁਪਈਆ, 30 ਤੋਂ 32,000 ਕਰੋੜ ਰੁਪਈਆ ਰੇਤੇ ਚੋਂ। ਔਰ ਕੋਈ ਵੀ ਸਵਾਲ ਪੁੱਛ ਸਕਦੇ ਹੋ, ਰੇਤੇ ਦੇ ਵਿੱਚੋਂ ਬੜੀ ਸਿੰਪਲ ਹੈ, 1300 ਕਿਲੋਮੀਟਰ ਦਰਿਆ ਹੈ ਸਾਡੇ ਕੋਲ। ਤੇਲੰਗਾਨਾ 300 ਕਿਲੋਮੀਟਰ ਦਰਿਆ ਦੇ ਵਿੱਚੋਂ 2400 ਕਰੋੜ ਰੁਪਈਏ ਕੱਢਦਾ 3 ਸਾਲ ਦੇ। ਸਮਝੋ ਮੇਰੀ ਗੱਲ। ਇਹੋ ਜਿਹੇ ਕਈ ਸਟੇਟ ਨੇ, ਚਾਹੇ ਤੁਸੀਂ ਤੇਲੰਗਾਨਾ ਲੈ ਲਓ, ਚਾਹੇ ਤੁਸੀਂ ਆਂਧਰਾ ਪ੍ਰਦੇਸ਼ ਲੈ ਲਓ, ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਔਰ ਹਜ਼ਾਰ ਕਰੋੜ ਤੋਂ ਉੱਤੇ ਲੈਂਦੇ ਆ। ਸਾਡੇ ਕੋਲ ਮੈਕਸਿਮਮ ਦਰਿਆ ਹੈ। ਤੇਲੰਗਾਨਾ ਇੱਕ ਹਫ਼ਤੇ 'ਚ 50 ਕਰੋੜ ਰੁਪਈਆ ਕੱਢਦਾ ਰੇਤੇ ਚੋਂ, ਔਰ ਉਹ ਵੀ ਪੀਲਾ ਰੇਤਾ ਹੈ, ਕੱਕਾ ਰੇਤਾ। ਅਸੀਂ 1300 ਕਿਲੋਮੀਟਰ ਚੋਂ ਘੱਟ ਤੋਂ ਘੱਟ ਦੀ 2 ਤੋਂ 3,000 ਕਰੋੜ ਰੁਪਏ ਕੇਬਲ ਦੀ ਮੋਨੋਪੋਲੀ ਤੋੜਾਂਗੇ। ਇੱਕ MSO ਹੈ ਜੁਝਾਰ, ਔਰ ਕਿਹਦਾ ਉਹ? ਸੁਖਬੀਰ ਦਾ ਦਲਾਲ। ਸਮਝੇ ਨਹੀਂ? ਨਾ 5 ਪੈਸੇ ਲਿੱਤੇ ਉਹ ਤੋਂ ਕਦੇ, ਤੇ ਨਾ ਹੀ ਸਟੇਟ ਨੂੰ ਆਏ ਆ। ਜੇ ਤੇ ਕੋਈ ਸੈਟੇਲਾਈਟ ਤੋਂ ਲੈਂਦਾ ਹੈ, ਜੇ ਵੱਡੇ ਚੈਨਲ ਨੇ ਉਹ ਸੈਟੇਲਾਈਟ ਤੋਂ ਲੈਂਦੇ ਨੇ, ਗਵਰਨਮੈਂਟ ਆਫ ਇੰਡੀਆ ਨੂੰ ਪੇ ਕਰਦੇ ਨੇ। ਲੇਕਿਨ ਜਿਹੜਾ ਬੰਦਾ ਪੰਜਾਬ ਦੀ ਕੇਬਲ ਨੂੰ ਯੂਜ਼ ਕਰੇਗਾ, ਸਾਡੀ ਧਰਤੀ ਤੋਂ ਪਈ ਹੋਈ ਹੈ ਉਹ ਕੇਬਲ, ਸਾਡੇ ਪੋਲਾਂ ਦੇ ਉੱਤੇ ਹੈ ਉਹ ਕੇਬਲ, ਉਹ ਕੈਰੇਜ ਫੀ ਦੇਗਾ ਔਰ 101% ਦੇਗਾ। MSO ਅਸੀਂ 1 ਨਹੀਂ 10 ਲਿਆਵਾਂਗੇ। ਕੰਪੀਟੀਸ਼ਨ ਕ੍ਰੀਏਟ ਕਰਾਂਗੇ। ਜਿਹੜੀ 450 ਨੂੰ ਕੇਬਲ ਹੈ, ਇਹ 200 ਨੂੰ ਵਿਕੇਗੀ। ਇਹ ਤੁਸੀਂ ਦੇਖਿਓ, ਤੁਸੀਂ 200 ਸਵਾ 200, ਕਿਉਂਕਿ ਜਦੋਂ ਕੰਪੀਟੀਸ਼ਨ ਹੋਏਗਾ ਇਹ 200 ਸਵਾ 200, ਫਿਰ ਅਸੀਂ ਕੈਰੇਜ ਫੀ ਲਾਵਾਂਗੇ, ਉਹਨੂੰ ਕੈਰੇਜ ਫੀ ਦੇਣੀ ਪਏਗੀ। ਔਰ ਜਿਹੜੇ ਟੈਲੀਵਿਜ਼ਨ ਸੈਟਸ ਨੇ, ਇਹ ਕਰੀਬ 2 ਕਰੋੜ ਹੈ ਪੰਜਾਬ 'ਚ। ਇਹ ਦੱਸਦੇ ਆ 10 ਲੱਖ, 1 ਕਰੋੜ 90 ਲੱਖ ਦਾ ਖਾਂਦੇ ਆ ਇਹ। ਇਹਨਾਂ ਦੇ ਕੰਪਿਊਟਰ ਨੂੰ ਕਿਸੇ ਨੇ ਹੱਥ ਨਹੀਂ ਪਾਇਆ। ਮੈਂ ਕਹਿ ਰਿਹਾ ਕਿ ਅਸੀਂ ਹੱਥ ਪਾਵਾਂਗੇ। ਰੇਡਾਂ ਰੂਡਾਂ ਵੱਜੀਆਂ ਨੇ। ਜੇ ਕਾਂਗਰਸ ਦੀ ਸਰਕਾਰ ਬਣ ਗਈ, ਜਾਂ ਮਾਫੀਆ ਹੋਏਗਾ ਜਾਂ ਸਿੱਧੂ ਹੋਏਗਾ। ਇੱਕ ਮਿੰਟ ਅੱਗੇ ਚੱਲ, ਇੱਕ ਮਿੰਟ ਅੱਗੇ ਚੱਲਣ ਹਜੇ ਮੈਂ ਖਤਮ ਨਹੀਂ ਹੋਇਆ। 1,500 ਕਰੋੜ ਬੱਸਾਂ ਤੋਂ 3,000 ਪਰਮਿਟ, 8,000 ਬੱਸਾਂ ਚੱਲਦੀਆਂ। ਪਾਲਿਸੀ 'ਚ ਕੋਈ ਚੇਂਜ ਨਹੀਂ ਹੋਈ, ਹਲੇ ਵੀ ਕੋਈ ਚੇਂਜ ਨਹੀਂ ਹੋਈ ਪਾਲਿਸੀ 'ਚ। 1.5 ਰੁਪਈਆ ਟੈਕਸ ਇਹਨਾਂ ਦੀਆਂ ਬੱਸਾਂ ਦੇ ਉੱਤੇ, ਵੋਲਵੋ ਦੀਆਂ ਬੱਸਾਂ ਦੇ ਉੱਤੇ, ਠੀਕ ਹੈ ਕਿ ਨਹੀਂ? ਘੱਟ। ਤੇ ਲੱਖੀ ਬਣਾਉਂਦਾ ਟਾਈਮ ਟੇਬਲ, ਹੁਣ ਭਜਾਇਆ, ਠੀਕ ਹੈ। ਤੇ 1.5 ਰੁਪਈਆ ਟੈਕਸ PRTC ਦੀਆਂ ਖੜਕਦੀਆਂ ਹੋਈਆਂ ਬੱਸਾਂ ਦੇ ਉੱਤੇ ਜ਼ਿਆਦਾ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਨਾਲ ਮਾਰੀ ਹੈ ਇਹਨਾਂ ਨੇ
ਔਰ 2 ਬੱਸਾਂ ਤੋਂ ਇਹਨਾਂ ਦੀ 6000 ਦੀ ਫਲੀਟ ਹੈ, ਸਾਰੀ ਦੀ ਸਾਰੀ ਪ੍ਰੋਫਿਟ 'ਚ ਹੈ। ਔਰ ਜਿਹੜੀ ਪੰਜਾਬ ਰੋਡਵੇਜ਼ ਦੀ ਸਾਰੀ ਥੱਲੇ ਸਾਰੇ ਹੋਟਲ ਮਾਰ ਕੇ ਆਪਦੇ 5 ਸਟਾਰ ਹੋਟਲ ਖੜੇ ਕਰ ਲਏ। ਮਤਲਬ ਇਹਨਾਂ ਨੇ ਬਿਜ਼ਨਸ ਕੀਤਾ ਹੈ। ਔਰ ਚਾਹੇ ਰੇਤ ਹੋਵੇ, ਇਹ ਕਰੀਬ 30-32 ਹਜ਼ਾਰ ਕਰੋੜ ਰੁਪਈਆ ਔਰ 18,000 ਕਰੋੜ ਟੈਕਸਾਂ ਦੀ ਕੰਪਲਾਇੰਸ। ਇਹ ਧਿਆਨ ਨਾਲ ਸਮਝ ਲਿਓ, ਇਹ ਲਾਈਨ ਯਾਦ ਰੱਖਿਓ। ਇਹ 40-50 ਹਜ਼ਾਰ ਕਰੋੜ ਰੁਪਇਆ ਗਵਰਨਮੈਂਟ ਦੀਆਂ ਸਕੀਮਾਂ 'ਚ ਪਾ ਕੇ ਡਬਲ ਕਰਾਂਗੇ, 1 ਲੱਖ ਕਰੋੜ ਕਰਾਂਗੇ ਇਹਨੂੰ। ਅੱਜ ਪੰਜੀ ਨਹੀਂ ਇਹਨਾਂ 'ਚੋਂ ਕੱਢਦੇ ਇਹ, ਔਰ ਪੰਜੀ ਦੁੱਗਣੀ ਹੁੰਦੀ ਨਹੀਂ। ਕਰਜ਼ਾ ਲੈ ਕੇ ਕਰਜ਼ਾ ਮੋੜਦੇ ਆ, ਔਰ ਇਹੀ ਪੈਸਾ ਜਿਹੜਾ ਹੈਗਾ EMPLOYEEਆਂ ਦੇ ਉੱਤੇ ਖਰਚ ਹੋਏਗਾ। ਮੈਂ ਗਰੰਟੀ ਦਿੰਦਾ ਤੁਹਾਨੂੰ ਕਿ ਐਸੀ ਪਾਲਿਸੀ ਲੈ ਕੇ ਆਵਾਂਗੇ, ਚਾਹੇ ਐਜੂਕੇਸ਼ਨ ਹੋਵੇ ਚਾਹੇ ਹੈਲਥ। ਮੈਂ ਤੁਹਾਨੂੰ ਡਿਕਲੇਅਰ ਕਰਾਂਗਾ ਜਦੋਂ ਮੈਨੀਫੈਸਟੋ ਦੇ ਵਿੱਚ ਪਏਗੀ, ਤੁਹਾਨੂੰ ਆਪ ਨੂੰ ਹਿਸਾਬ ਹੋਏਗਾ ਕਿ ਜਿਹੜਾ ਡਿਸਟ੍ਰਿਕਟ ਦੇ ਵਿੱਚ ਬੰਦਾ ਜੁਆਇਨ ਕਰੇਗਾ ਉਸ ਡਿਸਟ੍ਰਿਕਟ 'ਚੋਂ 7 ਸਾਲ ਨਿਕਲੇਗਾ ਨਹੀਂ, ਉਹਦੀ ਟ੍ਰਾਂਸਫਰ ਹੀ ਨਹੀਂ ਹੋਏਗੀ। ਇਹ ਇੱਧਰ ਬਦਲ ਇੰਨੇ ਪੈਸੇ ਲਿਆ ਫਲਾਨਾ, ਇਹ ਬੰਦ ਕਰ ਦਿਆਂਗੇ, ਖਤਮ ਕਰ ਦਿਆਂਗੇ, ਇਹ ਮੁੱਦਾ ਹੀ ਮੁਕਾ ਦਿਆਂਗੇ। ਮੈਂ ਤੁਹਾਨੂੰ ਦੱਸ ਰਿਹਾ। ਔਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਸਰਪਲਸ ਮਨੀ ਦੇ ਨਾਲ ਕੋਈ EMPLOYEE ਤੰਗ ਨਹੀਂ ਰਹਿਣ ਦਿਆਂਗੇ, ਖਾਸ ਤੌਰ ਦੇ ਉੱਤੇ ਟੀਚਰ। ਔਰ ਮੈਂ ਬਿਲਕੁਲ ਤੁਹਾਨੂੰ ਐਨ ਲਿਖ ਕੇ ਟਿਕਾ ਕੇ ਦਊਂਗਾ ਵੀ ਇੱਥੋਂ ਪੈਸੇ ਆਉਣੇ ਤੇ ਇੱਥੇ ਲੱਗਣਗੇ। 5 ਲੱਖ ਬੰਦਿਆਂ ਨੂੰ ਅਰਬਨ EMPLOYMENT ਗਾਰੰਟੀ ਮਿਸ਼ਨ ਮਿਲੇਗੀ। ਕੋਈ ਮਜ਼ਦੂਰ ਐਸਾ ਨਹੀਂ ਰਹੇਗਾ ਜਿਹੜਾ 300 ਰੁਪਏ ਤੋਂ ਘੱਟ ਦਿਹਾੜੀ ਕਰੇਗਾ, ਕੋਈ। ਔਰ ਹਰੇਕ ਦੀ ਰਜਿਸਟ੍ਰੇਸ਼ਨ। ਅੱਜ ਤੱਕ ਕਿਸੇ ਨੇ 56 ਲੱਖ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ। ਇਹ ਕੇਜਰੀਵਾਲ ਤਾਂ ਪੌਣੇ 5 ਸਾਲ ਬਾਅਦ ਆਇਆ, ਔਰ ਪੌਣੇ 5 ਸਾਲ ਬਾਅਦ ਆ ਕੇ ਉਰੇ ਸ਼ਗੂਫੇ ਛੱਡਣ ਲੱਗ ਗਿਆ। ਜੋ ਸਿੱਧੂ ਕਹਿੰਦਾ ਸੀਗਾ ਉਹੀ ਅੱਗੇ ਲਾਤਾ ਵੀ ਇਨਕਮ ਅਸੀਂ ਇੱਥੋਂ ਲਿਆਵਾਂਗੇ। ਇਹਨੂੰ ਪੁੱਛੋ ਵੀ ਦੀਪ ਮਲਹੋਤਰੇ ਨੂੰ ਤੂੰ ਠੇਕੇ ਦਿੱਤੇ ਕਿ ਨਹੀਂ, ਤੂੰ ਪ੍ਰਾਈਵੇਟਾਈਜ਼ ਕੀਤੀ ਕਿ ਨਹੀਂ ਲਿਕਰ, ਤੂੰ ਪੌਂਟੀ ਚੱਡੇ ਨੂੰ ਦਿੱਤੇ ਕਿ ਨਹੀਂ ਦਿੱਤੇ। ਇਹਨੂੰ ਪੁੱਛੋ ਕਿ ਬਾਦਲਾਂ ਦੀਆਂ ਜਿੰਨੀਆਂ ਲਿਊਕਰੇਟਿਵ ਬੱਸਾਂ ਨੇ, ਜਿਹੜੇ ਵੀ ਲਿਊਕਰੇਟਿਵ ਰੂਟ ਨੇ 에ਅਰਪੋਰਟ ਤੱਕ, ਉਹਨਾਂ ਨੂੰ ਕੌਣ ਜਾਣ ਦਿੰਦਾ ਉੱਥੇ। ਇਹਨੂੰ ਪੁੱਛੋ 8 ਲੱਖ ਨੌਕਰੀ ਇਹਨੇ ਕਹੀ ਸੀ, ਇੱਥੇ ਆ ਕੇ ਕਹਿ ਗਿਆ 26 ਲੱਖ। 8 ਲੱਖ ਨੌਕਰੀ ਕਹੀ ਸੀ, ਇਹ ਤਾਂ 440 ਦਿੱਤੀ ਗਈ ਆ RTI 'ਚ। 440। ਮੈਂ ਕਹਿ ਰਿਹਾ 5 ਲੱਖ ਸਕਿਲਡ, ਸੈਮੀ ਸਕਿਲਡ, ਅਨਸਕਿਲਡ ਲੇਬਰ ਨੂੰ ਅਸੀਂ ਅਰਬਨ EMPLOYMENT ਗਾਰੰਟੀ ਮਿਸ਼ਨ ਫਸਟ ਟਾਈਮ ਇਨ ਇੰਡੀਆ 50,000 ਰੁਪਏ ਠੇਕਿਆਂ ਦੇ ਉੱਤੇ ਨੌਕਰੀ। 50 ਤੋਂ 60,000 ਟੈਕਸ ਮੈਂ 35 ਤੋਂ 40 ਦਿੰਦਾ, 50 ਤੋਂ 60,000। 70,000 ਜਿਹੜੇ ਅਸੀਂ ਸਟਾਕ ਯਾਰਡ ਬਣਾਵਾਂਗੇ ਰੇਤੇ ਦੇ, ਜਿੱਥੋਂ ਰੇਤਾ ਚੱਕਣਾ, ਇੱਕ ਚੱਕਣ ਵਾਲੇ ਟਰੱਕ ਹੋਣਗੇ ਤੇ ਇੱਕ E-ਗਵਰਨੈਂਸ ਨਾਲ ਆਨਲਾਈਨ ਪੋਰਟਲ ਦੇ ਉੱਤੇ ਆਰਡਰ ਦਿੱਤਾ ਹੋਇਆ ਰੇਟ ਫਿਕਸ ਹੋਏਗਾ 1,000-1,200 ਰੁਪਏ। ਇਹ ਫਿਕਸ ਹੋਏਗਾ। ਅੱਜ ਤੱਕ ਤੁਸੀਂ ਦੇਖਿਆ ਕਦੇ ਰੇਤੇ ਦਾ ਰੇਟ ਫਿਕਸ ਹੋਇਆ? ਜਦੋਂ ਰੇਤੇ ਦਾ ਰੇਟ ਹੀ ਨਹੀਂ ਫਿਕਸ ਹੋਣਾ, ਜਦ ਦੇਖੋ ਸਪਲਾਈ ਤੋੜ ਦਿੰਦੇ ਆ, ਕਦੇ 5,000 ਦੀ ਟਰਾਲੀ, ਕਦੇ 10,000 ਦੀ ਟਰਾਲੀ। ਕਾਲੀਆਂ ਵੇਲੇ ਮੈਂ 20,000 ਦੀ ਟਰਾਲੀ ਵਿਕਦੀ ਦੇਖੀ ਤੇ ਗਰੀਬ ਕਿੱਥੋਂ ਮਕਾਨ ਪਾਊ। ਰੇਟ ਫਿਕਸ ਹੋਏਗਾ 1,000-1,200, ਇਦੋਂ ਵੱਧ ਨਹੀਂ। ਠੀਕ ਹੈ ਜੀ। ਵੋਲਿਊਮ ਵਧੇਗਾ। ਕੋਈ ਟਰੱਕ ਜਿਹੜਾ ਸਰਕਾਰੀ ਰੰਗ 'ਚ ਰੰਗਿਆ ਨਹੀਂ ਹੋਇਆ, ਫੱਟ ਦੇਣਾ ਇੰਪਾਊਂਡ ਹੋਏਗਾ। ਉਹਦੇ ਤੇ ਰੇਟ ਵੀ ਹੋਏਗਾ, ਡੇਟ ਵੀ ਹੋਏਗੀ, ਵੇਟ ਵੀ ਹੋਏਗੀ। There is nothing called the sand mining mafia. It is the transport mafia. ਇਹ ਕੋਈ ਬੁੱਕਲ 'ਚ ਚੁੱਕ ਕੇ ਨਹੀਂ ਕੋਈ ਲੈ ਗਿਆ ਰੇਤਾ, ਸਮਝੇ ਨਹੀਂ। ਇਸ ਕਰਕੇ ਉਹਦੇ ਤੇ ਚਿਪਸ ਲੱਗੀਆਂ ਹੋਣਗੀਆਂ। ਸ਼ਰਾਬ ਸਾਰੀ ਦੀ ਸਾਰੀਆਂ ਡਿਸਟਿਲਰੀਆਂ, ਕੋਈ ਪ੍ਰਾਈਵੇਟ ਡਿਸਟਿਲਰੀ ਨਹੀਂ ਹੋਏਗੀ। ਸਾਰੀ ਦੀ ਸਾਰੀ ਸ਼ਰਾਬ ਪ੍ਰਾਈਵੇਟ ਡਿਸਟਿਲਰੀਆਂ 'ਚ ਨਹੀਂ, ਸਰਕਾਰੀ ਡਿਸਟਿਲਰੀਆਂ ਵੇਚਣਗੀਆਂ। ਉਹਨਾਂ ਦੇ ਉੱਤੇ ਚਿਪ ਲੱਗੀ ਹੋਏਗੀ, ਕੰਪਿਊਟਰਾਈਜ਼ਡ ਹੋਏਗਾ, ਸਮਝੋ ਨਹੀਂ। ਵੈਟ ਲੱਗੇਗਾ, ਰੇਟ ਫਿਕਸ ਹੋਣਗੇ, ਕੋਈ ਸਮਗਲਿੰਗ ਨਹੀਂ। ਔਰ ਐਕਸਾਈਜ਼ ਦੀ ਜਿਹੜੀ 4 ਤੋਂ 5,000 ਕਰੋੜ ਰੁਪਈਆ ਚੋਰੀ ਹੁੰਦੀ ਹੈ, ਸਮਗਲਿੰਗ ਹੁੰਦੀ ਹੈ, ਇਹ ਸਾਰੀ ਬੰਦ ਕਰਾਂਗੇ। ਇਹ ਸਾਡਾ ਪਲਾਨ ਹੈ। ਉਦੋਂ ਅੱਗੇ ਚਾਹੇ ਵਿਮਨ ਐਮਪਾਵਰਮੈਂਟ ਦੀ ਗੱਲ ਹੋਵੇ, ਚਾਹੇ ਹੈਲਥ ਹੋਵੇ, ਚਾਹੇ এনवायरमेंट ਹੋਵੇ, ਚਾਹੇ ਐਂਟਰਪ੍ਰੀਨਿਓਰਸ਼ਿਪ ਹੋਵੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਨੂੰ ਅਸੀਂ 3-3 ਲਾਈਨਾਂ ਦੇਵਾਂਗੇ। ਤੇ 13 ਬਾਬੇ ਨਾਨਕ ਦੇ ਪੁਆਇੰਟ ਦੇ ਉੱਤੇ 13 ਤੋਲਣ ਵਾਲੇ ਤੇ ਮੇਰਾ ਕਰਦੇ ਰਹੇ ਆ। ਮੇਰਾ ਬਿਜ਼ਨਸ, ਮੇਰੀਆਂ ਖੱਡਾਂ, ਮੇਰੀਆਂ ਬੱਸਾਂ। ਬਾਬੇ ਨਾਨਕ ਦਾ ਚੱਕ ਸਾਹਿਬ ਗੁਰਦੁਆਰੇ ਵਾਲੇ ਵਰਤਾਂਤ ਤੋਂ ਪ੍ਰੇਰਣਾ ਲੈ ਕੇ 13 ਤੋਲਣ ਵਾਲਾ 13 ਪੁਆਇੰਟ ਏਜੰਡਾ ਮੈਂ ਦੇ ਆਇਆ ਕੱਲ ਕਾਂਗਰਸ ਹਾਈ ਕਮਾਂਡ ਨੂੰ। ਉਹ ਮੈਨੀਫੈਸਟੋ ਦੇ ਵਿੱਚ ਕਿਹੜਾ ਲਵਾਂਗੇ ਤੁਹਾਨੂੰ ਛੇਤੀ ਦੱਸਾਂਗੇ। ਬਲਕਿ ਮੈਂ ਇਸ ਮਾਡਲ ਨੂੰ ਕੱਲ ਤੋਂ ਬ੍ਰੇਕ ਕਰਾਂਗਾ। ਬਲਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਮੈਂ ਪੰਜਾਬ ਮਾਡਲ ਦਾ ਅਗਲਾ ਹਿੱਸਾ ਬ੍ਰੇਕ ਕਰਾਂਗਾ, ਚਾਹੇ 2 ਦਿਨਾਂ ਬਾਅਦ ਕਰਾਂ, ਚਾਹੇ ਕੱਲ ਕਰਾਂ। ਬਟ ਤੁਸੀਂ ਇੰਨਾ ਉਹ ਰੱਖਣਾ ਕਿ ਇਹਦਾ ਬਜਟਰੀ ਐਲੋਕੇਸ਼ਨ ਹੋਏਗੀ। ਇਹ ਕੋਈ ਸਕੀਮ ਨਹੀਂ ਹੋਏਗੀ, ਇਹ ਕੋਈ ਜੁਗਾੜ ਨਹੀਂ ਹੋਏਗਾ, ਇਹ ਕੋਈ ਲੋਲੀਪੌਪ ਨਹੀਂ ਹੋਏਗਾ ਰੈਪਰ ਵਾਲਾ। ਇਹਦੇ ਪਿੱਛੇ ਬਜਟਰੀ ਐਲੋਕੇਸ਼ਨ ਹੋਏਗੀ, ਟਾਈਮ ਬਾਉਂਡ ਰਿਸਰਚ ਹੋਏਗੀ,
ਔਰ ਇਹ ਦੱਸਾਂਗੇ ਵੀ ਆ ਇੱਥੋਂ ਪੈਸੇ ਲਿਆਵਾਂਗੇ ਤੇ ਇੱਥੇ ਲਾਵਾਂਗੇ। ਇਟ ਵਿਲ ਬੀ ਅ ਕਲੀਅਰ ਕੱਟ ਡਿਸੀਜਨ। ਗਵਰਨਮੈਂਟ ਰਿਫਾਰਮ, ਚਾਹੇ ਤਹਿਸੀਲ ਦੀ ਚੋਰੀ, ਚਾਹੇ ਕਾਰਪੋਰੇਸ਼ਨਾਂ ਦੀ ਚੋਰੀ, ਚਾਹੇ ਇੰਪਰੂਵਮੈਂਟ ਟਰਸਟਾਂ ਦੀ ਚੋਰੀ, ਹਾਂਜੀ, ਚਾਹੇ ਥਾਣਿਆਂ ਦੀ ਚੋਰੀ, ਇਹ ਤੋਂ ਮੁਕਤ ਕਰ ਦਿਆਂਗੇ। ਇੱਕ ਖਸਰਾ ਨੰਬਰ ਦੇ ਉੱਤੇ 5-5 ਪਲਾਟ ਵਿਕੇ ਹੋਏ ਜੀਰਕਪੁਰ ਜਾ ਕੇ ਦੇਖੋ, ਖੜ ਕੇ ਦੇਖੋ। ਗਰੀਬ ਬੰਦਾ ਉਹ ਪਲਾਟਾਂ ਨੂੰ ਵੇਚਣ ਦੇ ਲਈ 8-8 ਥਾਂ ਦੇ ਉੱਤੇ ਉਹ ਪਲਾਟ ਮੰਗਦਾ। ਮੈਂ ਇਸ ਏਜੰਡੇ ਦੇ ਨਾਲ ਆ। ਇਹ ਏਜੰਡਾ ਹੈ ਤੇ ਨਵਜੋਤ ਸਿੰਘ ਸਿੱਧੂ ਨੀਹਾਂ ਚਿਣ ਦਿਓ, ਕੋਈ ਰੌਲਾ ਨਹੀਂ ਹੈ। ਜੇ ਮੈਨੂੰ ਇਹ ਗਵਰਨਮੈਂਟ ਰਿਫਾਰਮਸ ਦੇ ਵਿੱਚ 4 ਦੀ ਵੀ ਡਿਊਟੀ ਲੱਗ ਗਈ, ਜ਼ਿੰਦਗੀ ਕੱਢ ਦੂੰ, ਲੇਕਿਨ ਉਹ ਲੋਕਾਂ ਤੱਕ ਪਹੁੰਚਾ ਦੂੰ। ਇਹ ਹੁਣ ਕੈਪਟਨ ਅਮਰਿੰਦਰ ਸਿੰਘ ਨਹੀਂ ਹੈ, ਰਬੜ ਦਾ ਗੁੱਡਾ, ਨਾਚ ਮੇਰੀ ਬੁਲਬੁਲ, ਹਾਂਜੀ, ਐ ਬਾਹ ਮਰੋੜੀ ਆਈ ਆਈ ਆਈ। ਉਹ ਕੀ ਹੋਇਆ ਕੀ ਹੋਇਆ ਕੀ ਹੋਇਆ? ਉਹ ਈਡੀ ਹਰ ਰੋਜ਼ ਰੋਂਦਾ ਰਿਹਾ, ਆਪਦੀ ਜਾਨ ਬਚਾਉਂਦਾ ਰਿਹਾ। ਤੇ ਮੈਨੂੰ ਇੱਕ ਗੱਲ ਦੱਸੋ, ਜਿਹੜਾ ਕਹਿੰਦਾ ਸੀਗਾ ਸਿੱਧੂ ਤੇਰੇ ਲਈ ਦਰਵਾਜ਼ੇ ਬੰਦ ਕਰ ਦੂੰ, ਕੋਈ ਸੋਚਦਾ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਲੈ ਜੂ? ਤੇ ਜੇ ਬਾਬੇ ਨੇ ਮਿਹਰ ਕੀਤੀ, ਕਰਤਾਰਪੁਰ ਦਾ ਲਾਂਘਾ ਖੋਲਿਆ ਔਰ ਇਹ ਚੋਰੀ ਦਾ ਬੋਹੜ ਦਾ ਦਰਖਤ ਮੁੱਛਾਂ ਵਾਲਾ ਪੱਟ ਕੇ ਆਓ ਮਾਰਿਆ, ਤੇ ਫਿਰ ਭਾਈ ਇਹ ਵੀ ਵਿਸ਼ਵਾਸ ਕਰੋ ਕਿ ਬਾਬੇ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਲੈਣਾ, ਇਹਦਾ ਕਾਂਗਰਸ ਚੋਂ ਖਦੇੜਿਆ ਜਾਣਾ, ਇਹੀ ਪ੍ਰਮਾਣ ਹੈ ਕਿ ਬਦਲਾਵ ਹੈ, ਸੈਲਾਬ ਹੈ, ਔਰ ਲੋਕ ਵਿਸ਼ਵਾਸ ਕਰਨਗੇ ਇਸ ਸਿਸਟਮ ਦੇ ਬਦਲਾਵ ਨੂੰ। ਮੈਂ ਕੇਜਰੀਵਾਲ ਸਾਹਿਬ ਦੇ ਕੋਈ ਨਿੱਜੀ ਤੌਰ ਦੇ ਉੱਤੇ ਖਿਲਾਫ ਨਹੀਂ, ਲੇਕਿਨ ਮੈਂ ਉਹਦੇ ਝੂਠ ਦੇ ਉਹਦੇ ਕੋੜ ਕਿੱਲੇ ਵਾਂਗ ਰੰਗ ਬਦਲਣ ਦੇ ਉੱਤੇ ਖਿਲਾਫ ਹਾਂ। ਮੈਂ ਤੇ ਇਹ ਕਹਿੰਦਾ ਵੀ ਇਹਦਾ ਰਾਧੇ ਦੇਵ ਕੋੜ ਕਿੱਲਾ ਹੋਣਾ ਚਾਹੀਦਾ, ਜਿੰਨੀ ਛੇਤੀ ਇਹ ਰੰਗ ਬਦਲਦਾ। ਇਹ ਕੋੜ ਕਿੱਲਾ ਮੈਂ ਕਿਉਂ ਕਹਿਣਾ? ਭਾਈ ਅਸੀਂ 4 ਸਾਲ ਡਰੱਗ ਦੇ ਖਿਲਾਫ ਲੜਦੇ ਰਹੇ, ਕੋਈ ਨਿੱਜੀ ਲੜਾਈ ਨਹੀਂ ਸੀ, ਡਰੱਗ ਦੇ ਖਿਲਾਫ ਲੜਦੇ ਰਹੇ, ਬੇਅਦਬੀ ਦੀਆਂ ਮੈਂ ਕਹਿੰਦਾ ਹਰ ਥਾਂ ਦੇ ਉੱਤੇ। ਬੁਰਜਵਾਰ ਸਿੰਘ ਜਾ ਕੇ ਕੈਪਟਨ ਸੁਜਾਤਾ ਮੈਂ ਮਾਰ ਟਵੀਟ, ਹਾਂਜੀ, ਹਰ ਥਾਂ ਦੇ ਉੱਤੇ ਸਵਾਲ ਕੀਤੇ। ਤੇ ਇਹ ਬੰਦਾ, ਇਹਦੇ ਕੋਲ ਕੋਈ ਜਵਾਬ ਹੈ? ਮੈਂ ਚਿੱਠੀ ਇਹਦੀ ਰਿਲੀਜ਼ ਕੀਤੀ ਸੀ, ਤੁਹਾਨੂੰ ਘਿਣ ਆਊਗੀ ਜੇ ਤੁਸੀਂ ਚਿੱਠੀ ਪੜੋਗੇ। ਇਹਨੇ ਲੇਟ ਕੇ ਪੈਰ ਤਲਵੇ ਚੱਟ ਕੇ ਮਾਫੀ ਮੰਗੀ। ਕੋਈ ਪੰਜਾਬੀ ਗੈਰਤਮੰਦ ਇਸ ਗੱਲ ਨੂੰ ਹਜਮ ਕਰ ਲੂ ਕਿ ਇਹਨੇ ਮਾਫੀ ਮੰਗੀ? ਇਹਦੀ ਕੈਬਨਿਟ ਦੇ ਵਿੱਚ ਕੋਈ ਪੰਜਾਬੀ ਹੈ? ਇਹ ਰਿਮੋਟ ਕੰਟਰੋਲ ਤੋਂ ਉੱਥੇ ਅੱਜ ਵੀ ਬੋਰਡ ਲਾਇਆ ਕੇਜਰੀਵਾਲ ਇੱਕ ਮੌਕਾ, ਕਿਉਂ ਪੰਜਾਬੀ ਮਰ ਗਿਆ ਕੋਈ ਹੈ? ਇੱਕ ਮੌਕਾ ਪਿਛਲੀ ਵਾਰ ਦਿੱਤਾ ਤਾਂ ਸੀ ਮੌਕਾ, ਅੱਜ ਤੱਕ NRI ਵੀਰ ਜਿਹੜੇ ਨੇ ਸਾਡੇ, ਉਹਨਾਂ ਨੂੰ ਹਿਸਾਬ ਨਹੀਂ ਦੇ ਸਕਿਆ ਇਹ ਬੰਦਾ। ਇੱਥੇ 8-8 ਬੰਦਿਆਂ ਨੂੰ ਟਿਕਟਾਂ ਅਨਾਉਂਸ ਕਰਤੀਆਂ, ਅੱਜ ਵੀ ਉਹੀ ਰੌਲਾ ਚੱਲੀ ਜਾਂਦਾ। ਜਿਹੜੀ ਮੁੱਖ ਮੰਤਰੀ ਦੇ ਲਈ ਫੋਨ ਕਾਲ ਦਾ ਉਹਨਾਂ ਨੇ ਇੱਕ ਸਿਸਟਮ ਸ਼ੁਰੂ ਕੀਤਾ, ਕੱਲ ਆ ਰਿਹਾ ਸੀ, ਕੱਲ ਮੈਂ ਕਿਹਾ ਫਿਰ ਮੈਨੂੰ ਦੱਸ, ਜਦੋਂ ਇਹ ਆਪ ਬਣਿਆ ਸੀਗਾ ਉਹਨੂੰ ਫੋਨ ਕਾਲ ਕੀਤੀ ਸੀ? ਆਪਦੀ ਵੇਲੇ ਤਾਂ ਘੋੜੀ ਤੇ ਚੜ ਗਿਆ, ਠਹਿਰ ਨਾ ਯਾਰ, ਆਪਦੀ ਵੇਲੇ ਤਾਂ ਘੋੜੀ ਤੇ ਚੜ ਗਿਆ ਬੰਦਾ ਤੇ ਕਿਹਾ ਜੀ ਮੈਂ ਮੁੱਖ ਮੰਤਰੀ। ਤੇ ਪਿਛਲੀ ਵਾਰ ਕਦੋਂ ਅਨਾਉਂਸ ਕੀਤਾ ਇਹਨੇ? ਉਦੋਂ ਵੀ ਇਹੀ ਚਾਹੁੰਦਾ ਸੀਗਾ ਵੀ ਮੈਂ MLA ਬਣਾ ਲਾਂ। ਇਹਦਾ ਭਾਂਡਾ ਫੋੜ ਕੀਤਾ ਇਹਨੇ, ਉਹ ਕੁਮਾਰ ਵਿਸ਼ਵਾਸ ਨੇ। ਯਾਰ ਮਨਸ਼ਾ ਬੜੀ ਮਤਲਬ ਮੈਂ ਹੁਣ ਕੀ ਕਹਾਂ, ਮਨਸ਼ਾ ਸਿਰਫ ਇੰਨੀ ਹੈ ਵੀ ਲੋਕਾਂ ਨੂੰ ਲਾਸਟ ਮੂਮੈਂਟ ਤੇ ਆ ਕੇ ਬਰਗਲਵਾ ਦੋ। ਉਹ ਕੋਈ ਰੋਡ ਮੈਪ ਤੇ ਦੱਸ। ਤੂੰ ਤਾਂ ਸਿੱਧੂ ਵਾਲੀਆਂ ਉਹ ਕਰੀ ਜਾਂਦਾ, ਤੇਰੇ ਕੋਲ ਸ਼ਰਾਬ ਤੋਂ ਕਿੱਥੋਂ ਪੈਸੇ ਆਉਣੇ? ਦੱਸ ਤੂੰ ਮੈਨੂੰ, ਤੂੰ ਵਿਕਿਆ ਹੋਇਆ? ਮੈਂ ਕਹਿੰਦਾ ਤੂੰ ਵਿਕਿਆ ਹੋਇਆ। ਦੀਪ ਮਲਹੋਤਰੇ ਨੂੰ ਤੂੰ 2 ਜ਼ੋਨ ਦੀ ਪਾਲਿਸੀ ਨੂੰ ਚੇਂਜ ਕਰਕੇ 4 ਜ਼ੋਨ ਦੀ ਪਾਲਿਸੀ ਨਾ ਦਿੱਤੀ ਹੋਵੇ, ਮੈਂ ਰਾਜਨੀਤੀ ਛੱਡ ਦੇਣਾ। ਚੱਲ ਆ ਜਾ ਮੈਦਾਨ 'ਚ, ਠੀਕ ਹੈ? ਤੂੰ ਨਾ ਪੌਂਟੀ ਚੱਡੇ ਨੂੰ ਸ਼ਰਾਬ ਦੇ ਠੇਕੇ ਦਿੱਤੇ ਹੁਣ ਦਿੱਲੀ ਦੇ ਵਿੱਚ, ਗਲੀ ਸ਼ਰਾਬ ਨਾ ਵੇਚ ਰਿਹਾ ਹੋਵੇ ਤੇ ਨਾ ਵਟਾ ਦੂੰ ਜਾ। ਮੈਂ ਕਹਿੰਦਾ ਠੋਕ ਕੇ 8 ਲੱਖ ਨੌਕਰੀ ਗਈ। ਪਰ ਜਦੋਂ ਬਹਿਸ ਕਰਨੀ ਉਦੋਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਨਾਲ ਕਿਉਂ? ਅੱਜ ਉਹ ਕਹਿ ਰਹੇ ਕਿ ਕਿਉਂ ਇਹ ਬੋਰਡ ਉਹਦੇ ਭਗਵੰਤ ਦੇ ਲਾਇਆ ਤੇ ਜਿਹੜੇ ਦਾਰੂ ਦੇ ਠੇਕੇ ਦਿੱਤੇ ਆ ਭਗਵੰਤ ਨੇ ਦਿੱਤੇ ਆ। ਇਹ ਜਿਹੜਾ ਮਾਸਟਰਾਂ ਨੂੰ ਝੂਠ ਬੋਲਿਆ ਭਗਵੰਤ ਨੇ ਬੋਲਿਆ। ਭਗਵੰਤ ਤਾਂ ਝੂਠਾ ਹੈ ਨਹੀਂ। ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਮੇਰਾ ਕੋਈ ਵੀ ਬੰਦਾ ਕੋਈ ਵਿਰੋਧੀ ਉਹਦੀ ਉਹ ਕਰੀ ਜਾਣਾ। ਉਹ ਤਾਂ ਮੈਨੂੰ ਗੁਰੂ ਕਹਿੰਦਾ। ਮੈਂ ਨਾ ਉਹਦੇ ਨਾਲ ਬੜੀ ਮਤਲਬ ਜ਼ਮਾਨੇ ਦਾ ਪਿਆਰ ਹੈ। ਮੈਂ ਉਹਦੇ ਬਾਰੇ ਕਿਉਂ ਕਹਾਂ ਬਈ? ਜਦੋਂ ਉਹ ਚੋਰ ਹੈ ਨਹੀਂ ਤੇ ਮੈਂ ਕਿਉਂ ਕਹਾਂ ਉਹਨੂੰ ਇਹ ਚੋਰ ਹੈ? ਇਹਨੂੰ ਕਹਿਣਾ ਇਹ ਪੈਸੇ ਖਾਂਦਾ ਠੋਕ ਕੇ। ਮੈਂ ਇਹਨੂੰ ਕਹਿਣਾ ਇਹ ਬੱਸਾਂ ਚਲਾਉਂਦਾ, 1 ਮਿੰਟ, ਇਹ ਬੱਸਾਂ ਚਲਾਉਂਦਾ ਬਾਦਲਾਂ ਦੀਆਂ। ਮੈਂ ਕਹਿਣਾ ਇਹ ਦੀਪ ਮਲਹੋਤਰੇ ਦੇ ਨਾਲ ਅੱਟੀ ਸੱਟੀ ਲਾਉਂਦਾ, ਅੱਟੀ ਛੋਟੀ ਲਾ ਕੇ ਇਹਨੇ ਸਾਰੇ ਸ਼ਰਾਬ ਦੇ ਪ੍ਰਾਈਵੇਟਾਈਜ਼ ਕੀਤੀ। ਮੈਂ ਕਹਿਣਾ ਇਹ ਪੌਂਟੀ ਛੋਟੇ ਨਾਲ ਰਲਿਆ। ਮੈਂ ਕਹਿਣਾ ਇਹ ਇੱਥੇ ਆ ਕੇ ਝੂਠ ਬੋਲਦਾ ਸਾਡੇ ਪ੍ਰੋਫੈਸਰਾਂ ਨੂੰ ਵੀ ਮੈਂ ਪੱਕੇ ਕਰ ਦੂੰ। 22,000 ਪ੍ਰੋਫੈਸਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਬੈਠਾ ਇਹਦੇ ਘਰ ਦੇ ਬਾਹਰ।
ਉਹ ਕਹਿੰਦੇ ਬੰਧੂਏ ਮਜ਼ਦੂਰ ਬਣਾ ਰੱਖਿਆ ਸਾਨੂੰ। 15 ਦਿਨ ਦੇ ਕੰਟਰੈਕਟ ਦੇ ਉੱਤੇ ਕੰਮ ਕਰਾਉਂਦਾ ਕੇਜਰੀਵਾਲ। 15 ਦਿਨ 15 ਡੇ। ਜਾਓ ਪਤਾ ਕਰੋ 22,000 ਉੱਥੇ ਜਿਹੜੇ ਕੰਟਰੈਕਚੁਅਲ ਮੁਲਾਜ਼ਮ ਨੇ। ਇਹਦਾ SYL ਦੇ ਉੱਤੇ ਕੀ ਸਟੈਂਡ ਹੈ? ਇਹਨੂੰ ਪੁੱਛੋ, ਦੱਸ ਬਈ ਤੇਰਾ SYL ਦੇ ਉੱਤੇ ਕੀ ਸਟੈਂਡ ਹੈ? ਕੋਈ ਪੰਜਾਬੀ ਇਹਦੀ ਕੈਬਨਿਟ 'ਚ ਹੈ? ਇਹ ਮਤਲਬ ਬਾਹਰੋਂ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਚਲਾਉਣਗੇ। ਅੱਜ ਆ ਕੇ 10 ਨਕਾਤੀ ਪ੍ਰੋਗਰਾਮ ਦੇਤਾ ਤੇ ਉਹਦੇ 'ਚ ਦੇਖ ਲੈ ਜਿਹੜਾ ਪਹਿਲੀ ਇਨਕਮ ਵਾਲਾ ਸਾਰਾ ਸਿੱਧੂ ਦਾ ਪ੍ਰੋਗਰਾਮ ਹੈ, ਫੋਟੋ ਸਟੈਟ ਦੀ ਦੁਕਾਨ ਤੇ ਖੜ ਜਾਂਦੇ ਆ ਉੱਥੇ। ਕੇਜਰੀਵਾਲ ਆ ਰਿਹਾ ਜੀ ਚੰਡੀਗੜ੍ਹ, ਉਹਨੇ ਸੀਐਮ ਫੇਸ ਦੂਸਰੇ ਪਾਸੇ ਕਾਂਗਰਸ 3 ਫੇਸਿਸ ਨੂੰ ਲੈ ਕੇ ਚੱਲ ਰਹੀ ਹੈ। ਤੁਹਾਡਾ ਜਾਗਰ ਸਾਹਿਬ ਚੰਨੀ, ਤੁਸੀਂ ਅੱਜ ਸਟਿਲ ਅਗਰੀ ਵਿਦ ਇਸ ਫਾਰਮੂਲੇ ਨਾਲ ਕਿ ਜਾਂ ਤੁਸੀਂ ਉਹ ਚਾਹੁੰਦੇ ਹੋ ਕਿ ਇਹ ਨਾ ਕਾਂਗਰਸ ਦਾ ਅਨਾਉਂਸ ਹੋਣਾ ਚਾਹੀਦਾ? ਦੇਖੋ ਮੇਰੀ ਇੱਕ ਗੱਲ ਸੁਣੋ, ਹਾਈ ਕਮਾਂਡ ਨੇ ਪਿਛਲੀ ਵਾਰ ਕਿਸੇ ਨੂੰ ਦੱਸ ਕੇ ਅਨਾਉਂਸ ਕੀਤਾ ਸੀ? ਛੋਟੇ ਭਾਈ ਲਾਸਟ ਟਾਈਮ ਮਜੀਠੇ 5-10 ਦਿਨ ਰਹਿੰਦੇ ਸੀ ਇਲੈਕਸ਼ਨ ਹੋਣ ਨੂੰ, ਤੇ ਉੱਥੇ ਰਾਹੁਲ ਜੀ ਨੇ ਆ ਕੇ ਖੜਾ ਕਰਤਾ ਸੀ ਹੱਥ। ਇਹ ਰਾਹੁਲ ਜੀ ਦੇ ਹੱਥ ਹੈ, ਪ੍ਰਿਯੰਕਾ ਜੀ ਦੇ ਹੱਥ ਹੈ, ਮੈਡਮ ਦੇ ਹੱਥ ਹੈ। 70 ਸਾਲ ਉਹਨਾਂ ਨੇ ਪਾਰਟੀ ਚਲਾਈ ਹੈ, 70 ਸਾਲ ਉਹਨਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ, ਕਨਸਟੀਟਿਊਸ਼ਨ ਦੀ ਰਚਨਾ ਕੀਤੀ ਹੈ। ਕੋਈ ਛੋਟੀ ਮੋਟੀ ਪਾਰਟੀ ਹੈ? ਪੰਡਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ, ਹਾਂਜੀ ਪ੍ਰਤਾਪ ਸਿੰਘ ਕੈਰੋਂ, ਵੇਖਤਾ ਸਹੀ ਨਾਮ, ਲਾਲ ਬਹਾਦਰ ਸ਼ਾਸਤਰੀ, महात्मा गांधी, हाँ जी। तो ये कोई छोटी मोटी पार्टी है भाई? अनुभव है उन्होंने कोल। फिर डॉक्टर अंबेडकर ने सानू साडा संविधान दिता, जिहड़ी साडी होली बुक है, ਉਹਦੇ 'ਚ जस्टिस इक्वालिटी ਉਹੀ ਤਾਂ लड़न की ताकत ਦਿੰਦੇ ਨੇ। ਤੇ ਜਿਹੜੇ ਲੋਕਾਂ ਨੇ 70 ਸਾਲ ਪਾਰਟੀ ਚਲਾਈ ਹੋਵੇ, ਵੇਖੋ ਰਾਜਨੀਤੀ 'ਚ ਜਵਾਰ ਭਾਟਾ ਆਉਂਦਾ ਹੈ, ਪਰ ਪਾਰਟੀਆਂ ਨਹੀਂ ਕਦੇ ਮਰਦੀਆਂ, ਖੜੀਆਂ ਹੋ ਜਾਂਦੀਆਂ ਵਿਚਾਰਧਾਰਾ ਦੇ ਨਾਲ, ਸਮਝੋ। ਔਰ ਇਹ ਪ੍ਰਮਾਣ ਹੈ ਆਉਣ ਵਾਲਾ ਸਮਾਂ ਕਿ ਅਸੀਂ ਆਪਣੀ ਹਾਈ ਕਮਾਂਡ ਨੂੰ ਮੰਨਾਂਗੇ, ਸਾਨੂੰ ਮੰਨਣਾ ਚਾਹੀਦਾ। ਔਰ ਮੇਰੀ ਅਪੀਲ ਹੈ ਕਿ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ, ਕਾਂਗਰਸ ਆਪਦੇ ਆਪ ਨੂੰ ਹਰਾ ਲੈਂਦੀ ਹੈ। ਕੋਈ ਕਿਸੇ ਦਾ ਭਾਈ ਖੜ ਗਿਆ, ਕੋਈ ਕਿਸੇ ਨੂੰ ਥੋੜੀ ਜੀ ਚੀਜ਼ ਨਾ ਮਿਲੀ ਤੇ ਉਹ ਭੱਜ ਗਿਆ, ਸਮਝਦੇ ਨਹੀਂ। ਇਹ ਚੀਜ਼ਾਂ ਜਿਹੜੀਆਂ ਨੇ, ਅਸੀਂ ਪੰਜਾਬ ਨੂੰ ਅੱਗੇ ਅਗਰ ਰੱਖ ਕੇ ਅਗਰ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ, ਮੇਰੇ ਲਈ ਤਾਂ ਸਾਰੇ ਹੀ ਰੱਬ ਵਰਗੇ। ਮੈਂ ਤੇ ਅੱਜ ਤੱਕ ਕਿਸੇ ਕਾਂਗਰਸ ਦੇ ਕਾਰਜਕਰਤਾ, ਜਦੋਂ ਮੈਂ ਬੀਜੇਪੀ 'ਚ ਵੀ ਸੀ, ਕੋਈ ਬੀਜੇਪੀ ਦਾ ਕਾਰਜਕਰਤਾ ਤੇ ਅੱਜ ਕੋਈ ਕਾਂਗਰਸੀ ਕਾਰਜਕਰਤਾ, MLA MP ਅਗਰ ਮੇਰੇ ਖਿਲਾਫ ਬੋਲ ਦਿੰਦਾ ਤੇ ਮੈਂ ਹੱਥ ਬੰਨ ਕੇ ਕਹਿਣਾ ਮੇਰਾ ਛੋਟਾ ਭਾਈ ਹੈ, ਮੇਰੇ ਕਰਮ ਕੱਟੇ। ਮੈਂ ਸਿੱਧੂ ਇਸ ਵਾਰੀ ਵਰਤਿਆ ਨਹੀਂ ਜਾਏਗਾ, ਤੁਸੀਂ ਆਪ ਪੰਜਾਬ ਮਾਡਲ ਪੇਸ਼ ਕਰ ਰਹੇ ਹੋ, ਦੱਸ ਰਹੇ ਹੋ, ਜੇ ਇਹਦੇ ਤੇ ਹਾਈ ਕਮਾਂਡ ਮੋੜ ਕਰਨਾ ਤੇ ਤੁਹਾਡਾ ਸਟੈਂਡ ਕੀ ਹੋਏਗਾ? ਮੇਰੀ ਇੱਕ ਗੱਲ ਨੂੰ ਸੁਣੋ, ਮੈਂ ਜੋ ਕਹਿ ਰਿਹਾ ਇਹ ਤੁਹਾਨੂੰ ਅਨਾਉਂਸ ਕਰ ਰਿਹਾ, ਇਹ ਪੰਜਾਬ ਮਾਡਲ ਜਿਹੜਾ ਹੈਗਾ ਇਹ ਕਾਂਗਰਸ ਦਾ ਹੀ ਹੈ। ਤੇ ਜੇ ਇਹ ਮਾਡਲ ਹੀ ਨਾ ਹੋਇਆ ਤੇ ਫਿਰ ਮੈਨੂੰ ਇੱਕ ਗੱਲ ਦੱਸ, ਜੇ ਰਾਹ ਹੀ ਨਾ ਹੋਈ ਤੇ ਤੁਰਾਂ ਕਿਤੇ? ਸਟੈਂਡ ਕੀ ਹੋਏਗਾ ਫਿਰ? ਮੇਰੀ ਇੱਕ ਗੱਲ ਨੂੰ ਸੁਣੋ, ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਉਹਨੂੰ ਚਾਚਾ ਨਾ ਕਹਿੰਦਾ, ਇਹ ਫਿਰ ਉਹੀ ਗੱਲ ਆ। ਜੇ ਕਿਉਂ ਇਹ ਯਾਰ ਤੁਹਾਨੂੰ ਪਤਾ ਲੱਗ ਜੂ ਮੈਨੀਫੈਸਟੋ ਆਉਣ ਵਾਲਾ ਮਿੱਤਰਾ, ਮਤਲਬ ਤੁਸੀਂ ਇਹ ਮੈਨੀਫੈਸਟੋ, ਇਹ ਹੁਣ ਤੁਹਾਨੂੰ ਮੈਨੀਫੈਸਟੋ ਤੋੜਨਾ ਯਾਰ ਮੈਂ ਦੱਸੂਗਾ, ਇਕੱਠਾ ਡਿਕਲੇਅਰ ਹੋਏਗਾ। ਮੈਂ ਕਿਹਾ ਯਾਰ ਮੋਸਟ ਵੈਲਕਮ। ਦੇਖੋ ਇਹ ਮੈਂ ਦੇਖੋ, ਅਸੀਂ ਮੈਨੂੰ ਕਹਿੰਦੇ ਸੀਗੇ ਜੀ ਵੀ ਇਹ ਉੱਥੇ ਲੜੂਗਾ ਜੀ ਜਾ ਕੇ ਪਟਿਆਲੇ, 100 ਹਵਾਈ ਗੱਲਾਂ ਚਲਾਉਂਦੇ ਆ, ਠੀਕ ਹੈ। ਮੈਂ ਕਦੇ ਅੰਮ੍ਰਿਤਸਰ ਨਹੀਂ ਛੱਡਿਆ, ਮੈਨੂੰ I&B ਮਿਨਿਸਟਰੀਆਂ ਦਿੱਤੀਆਂ, ਠੀਕ ਹੈ। ਮੈਨੂੰ ਇਹ ਕਿਹਾ ਤੂੰ ਛੱਡ ਕੇ ਇੱਥੋਂ ਕੁਰਕਸ਼ੇਤਰੋਂ ਲੜ ਲਾ, ਮੈਂ MP ਗਿਰੀ ਛੱਡੀ, ਤੁਸੀਂ ਗਵਾਓ। MP ਗਿਰੀ ਛੱਡੀ, ਗੁਰੂ ਘਰ ਨਹੀਂ ਛੱਡਿਆ, ਕੁੱਕਰ ਬਣ ਕੇ ਰਿਹਾ, ਠੀਕ ਹੈ। ਮੈਂ ਆਪਣਾ ਤੁਹਾਨੂੰ ਕਹਿ ਸਕਦਾ ਕਿ ਨਵਜੋਤ ਸਿੱਧੂ ਨਾ ਤਾਂ ਕਿਤੇ ਪਟਿਆਲਿਓਂ ਇਲੈਕਸ਼ਨ ਲੜੇਗਾ, ਨਾ ਕਿਤੋਂ ਹੋਰੋਂ ਲੜੇਗਾ, ਤੇ ਕੋਈ ਇੱਥੇ ਇਲੈਕਸ਼ਨ ਲੜਨਾ ਜੀ ਮੋਸਟ ਵੈਲਕਮ ਭਾਈ। ਕੋਈ ਕਿਸੇ ਨੂੰ ਰੋਕ ਸਕਦਾ ਹੈ? ਇਹ ਉਹਦਾ ਡੈਮੋਕ੍ਰੈਟਿਕ ਅਧਿਕਾਰ ਹੈ, ਅਖਤਿਆਰ ਹੈ। ਕੋਈ ਵੀ ਮੇਰੇ ਖਿਲਾਫ ਇਲੈਕਸ਼ਨ ਲੜ ਸਕਦਾ ਹੈ, ਮੋਸਟ ਵੈਲਕਮ। ਅੰਮ੍ਰਿਤਸਰ ਦੇ ਲੋਕ ਫੈਸਲਾ ਕਰਨਗੇ, ਇਹਦੇ 'ਚ ਹੰਕਾਰ ਕਾਹਦਾ ਭਾਈ? ਤੁਸੀਂ ਪਹਿਲੇ ਦਿਨ ਤੋਂ ਮਾਫੀਆ ਰਾਜ ਖਤਮ ਕਰਨ ਦੀ ਗੱਲ ਕਰ ਰਹੇ ਹੋ, ਚਾਹੇ ਟਰਾਂਸਪੋਰਟ ਮਾਫੀਆ ਹੋਏ, ਚਾਹੇ ਰੇਤ ਮਾਫੀਆ ਹੋਏ, ਬਟ ਉਹੀ ਲੋਕ ਨੇ ਸਿੱਧੂ ਸਾਹਿਬ, ਜਿਹੜੇ ਲੋਕ ਕਈ ਸਾਲਾਂ ਤੋਂ ਸਰਕਾਰਾਂ ਬਦਲ ਜਾਂਦੀਆਂ, ਮਾਫੀਆ ਉਹੀ ਲੋਕ ਚਲਾਉਂਦੇ ਨੇ। ਕਿਆ ਕੋਈ ਲੀਡਰ ਹੈ? ਸਭ ਨੂੰ ਪਤਾ ਜੀ, ਲੀਡਰਾਂ ਦੇ ਜੇ ਸਰਪ੍ਰਸਤੀ ਨਾ ਹੋਵੇ ਕੋਈ ਕ੍ਰਾਈਮ ਪਨਪ ਨਹੀਂ ਸਕਦਾ। ਨਵਜੋਤ ਸਿੰਘ ਸਿੱਧੂ ਦੇਖੋ ਇਹ ਮਾਫੀਏ ਦੀ ਜੇਬ ਚੋਂ ਕੱਢ ਕੇ ਹੀ ਇਹ 50,000 ਕਰੋੜ ਰੁਪਈਆ ਆ ਰਿਹਾ, ਤੇ ਜੇ ਮਾਫੀਆ ਰਹੇਗਾ ਤੇ ਇਹ ਪੈਸੇ ਆਣੇ ਨਹੀਂ। ਤਾਂ ਹੀ ਤਾਂ ਮੈਂ ਕੇਜਰੀਵਾਲ ਨੂੰ ਠੋਕਦਾ ਵੀ ਉਹ ਆਪ ਤੇ ਰਲਿਆ ਹੋਇਆ ਇਹਨਾਂ ਨਾਲ, ਸਮਝਿਆ ਨਹੀਂ। ਤੇ ਜਿਹੜਾ ਬੰਦਾ ਨਾਲ ਰਲਿਆ ਹੋਇਆ, ਤੁਸੀਂ ਮੈਨੂੰ ਦੱਸੋ, ਜੇ ਤੁਸੀਂ ਰੇਤ ਦੀ ਕਾਰਪੋਰੇਸ਼ਨ ਨਹੀਂ ਬਣਾਓਗੇ ਤੇ 50-60 ਹਜ਼ਾਰ ਬੰਦੇ ਨੂੰ ਨੌਕਰੀ ਦੇ ਕੇ ਰੇਤਾ 1200,000 ਰੁਪਈਆ ਕਿੱਦਾਂ ਦੇਵੋਗੇ? ਇੱਕ ਨੰਬਰ 2,
ਤੁਸੀਂ ਸਟੇਟ ਦੇ ਖਜ਼ਾਨੇ 2000 3000 ਕਰੋੜ ਕਿੱਦਾਂ ਪਾਓਗੇ? ਠੇਕੇਦਾਰੀ ਨੂੰ ਵੇਚਤੀ ਜ਼ਮੀਰ, ਸਰਕਾਰਾਂ ਵੇਚਤੀਆਂ। ਭਾਈ ਮੈਂ ਕੀ ਕਹਿ ਰਿਹਾ ਕਿ ਅੱਜ ਇਕਨੋਮੀ ਠੇਕੇਦਾਰੀ ਸਿਸਟਮ ਨੂੰ ਵੇਚਤੀ। ਜੇ ਇਹੀ ਨਹੀਂ ਟੁੱਟੂਗਾ ਤੇ ਟਿੰਡੀਆਂ ਲੈਣੀਆਂ। ਇਹ ਅੱਜ ਤਾਂ ਨਹੀਂ ਮੈਂ ਕਿਹਾ, ਇਹ 5 ਸਾਲ ਪਹਿਲਾਂ ਵੀ ਕਿਹਾ ਸੀ। ਤੇ ਤੁਸੀਂ ਦੇਖੋ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਸੱਤਾ ਮਾਣੀ, ਖੜ ਕੇ ਸਵਾਲ ਕੀਤੇ, ਪਹਿਲੇ ਕੈਬਨਿਟ ਤੋਂ ਸਵਾਲ ਕੀਤੇ। ਜਦੋਂ ਇਹ ਬਾਕੀ ਸਾਰੇ ਸੱਤਾ ਮਾਣਦੇ ਹੁੰਦੇ ਸੀ ਤੇ ਸਿੱਧੂ ਲੜਦਾ ਹੁੰਦਾ ਸੀ ਪਹਿਲੀ ਕੈਬਨਿਟ ਤੋਂ, ਦੱਸ ਓਏ ਆਹ ਕਿਉਂ ਨਹੀਂ ਬਣਾਉਂਦਾ, ਆਹ ਨੀਤੀ ਆ ਓਏ ਆਹ ਕਿਉਂ ਨਹੀਂ ਬਣਾਉਂਦਾ, ਐ ਪੰਜਾਬ ਉੱਤੇ ਆਊਗਾ ਆਹ ਕਿਉਂ ਨਹੀਂ ਬਣਾਉਂਦਾ। ਇਹਨਾਂ ਵਾਂਗ ਥੋੜਾ ਨਾ ਮਾਈਗ੍ਰੇਟਰੀ ਬਰਡ ਸਰਦੀ ਚ ਆ ਗਏ ਐ ਕਰਕੇ ਤੇ ਜਦੋਂ ਗਰਮੀ ਹੋਈ ਜਾ ਕੇ ਸਰਬੀਆ ਉੱਡ ਗਏ। ਇਹ ਤੇ ਮਾਈਗ੍ਰੇਟਰੀ ਬਰਡ ਹੈ। ਕੇਜਰੀਵਾਲ ਪੋਲੀਟੀਕਲ ਟੂਰਿਸਟ ਹੈ। ਮੈਂ ਕਹਿੰਦਾ ਪੋਲੀਟੀਕਲ ਟੂਰਿਸਟ ਹੈ, ਇਹ ਮਾਈਗ੍ਰੇਟਰੀ ਬਰਡ ਹੈ। ਆ ਕੇ ਜਿਹੜਾ ਬੰਦਾ ਹਜ਼ਾਰਾਂ ਬੰਦਿਆਂ ਨੂੰ ਲੈ ਕੇ, ਮੈਂ ਕਿਹਾ ਯਾਰ ਮੇਰੇ ਤੇ ਕੀ ਸਵਾਲ ਖੜੇ ਕਰਨੇ ਆ। ਉਹਨੇ ਜਿਹੜਾ ਬੰਦਾ 5 ਸਾਲ ਇੱਥੋਂ ਨਦਾਰਤ ਸੀ, ਜਿਹੜਾ ਆਇਆ ਉਦੋਂ ਇਲੈਕਸ਼ਨ ਲੜਨ ਵੇਲੇ 2-2000 4-4000 ਨੂੰ ਲੈ ਕੇ ਹਮ ਇਸਕੋ ਅੰਦਰ ਕਰ ਦੇਂਗੇ, ਉਹਦੇ ਬੂਟ ਚੱਟੇ, ਉਹਨੇ ਬੂਟ ਚੱਟ ਕੇ ਮਾਫੀਆਂ ਮੰਗੀਆਂ ਉਹਨੇ। ਹੈ ਜਵਾਬ ਉਹਦੇ ਕੋਲ? ਸਿੱਧੂ ਸਾਹਿਬ ਜਿਨ੍ਹਾਂ ਦੇ ਦੋਸ਼ੀ ਬਹੁਤ ਸੰਗੀਨ ਉਹਨਾਂ ਨੂੰ ਕਾਂਗਰਸ ਨੇ ਟਿਕਟਾਂ ਦਿੱਤੀਆਂ ਨੇ, ਤੁਹਾਡਾ ਕੀ ਸਟੈਂਡ ਹੈ? ਵਿਰੋਧੀ ਸਵਾਲ ਕਰਦੇ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਮੈਂ ਪਹਿਲਾਂ ਵੀ ਕਿਹਾ, ਅੱਜ ਤੋਂ 6 ਮਹੀਨੇ ਪਹਿਲਾਂ ਵੀ, 8 ਮਹੀਨੇ ਪਹਿਲਾਂ ਵੀ, 1 ਸਾਲ ਪਹਿਲਾਂ ਵੀ, ਤੁਸੀਂ ਸਿਸਟਮ ਬਣਾ ਦਿਓ, ਪਾਪੀ ਨਹੀਂ ਮਾਰਨਾ ਪਾਪ ਮਰ ਜਾਣਾ। ਕੋਈ ਬੰਦਾ ਜਾਲੀ ਸ਼ਰਾਬ ਨਹੀਂ ਵੇਚ ਸਕਦਾ ਜੇ ਸਰਕਾਰੀ ਡਿਸਟਿਲਰੀਆਂ ਖੁੱਲ ਗਈਆਂ, ਜੇ ਸਰਕਾਰੀ ਠੇਕੇ ਖੁੱਲ ਗਏ। ਕੋਈ ਬੰਦਾ ਸ਼ਰਾਬ ਦੀ ਸਮਗਲਿੰਗ ਨਹੀਂ ਕਰ ਸਕਦਾ। ਕਿਵੇਂ ਕਰੂ? ਕੋਈ ਬੰਦਾ ਰੇਤੇ ਦੀ ਖੱਡ ਨੂੰ ਹੱਥ ਤੇ ਲਾਵੇ, ਟਰੱਕ ਤੇ ਕੱਢੇ, ਟਰੱਕ 25000 ਦੇ ਰੇਤੇ ਪਿੱਛੇ ਕੋਈ ਕਰੋੜ ਰੁਪਏ ਦਾ ਟਰੱਕ ਇੰਪਾਊਂਡ ਕਰਾ ਲੂ। ਇਹ ਸਿਸਟਮ ਹੈ। ਤੁਸੀਂ ਉੱਤੇ ਇਮਾਨਦਾਰ ਬੰਦਾ ਬਹਾਓ ਪੰਜਾਬੀਓ, ਥੱਲੇ ਤੱਕ ਇਮਾਨਦਾਰੀ ਆਊ। ਉੱਤੇ ਚੋਰ ਭਾਈ ਰੱਖੇ ਆ, ਲੁੱਟਦੇ ਰਹੇ ਖਾਂਦੇ ਰਹੇ, ਹੁਣ ਕੱਢਿਆ ਲੱਤਾਂ ਮਾਰ ਕੇ ਮਸਾਂ। ਕਾਂਗਰਸ ਆਜ਼ਾਦ ਕੀਤੀ ਇਹਨਾਂ ਤੋਂ ਹੈ। ਸਾਡੇ ਮੁੱਖ ਮੰਤਰੀ ਦੇ ਭਰਾ ਆਜ਼ਾਦ ਖਲੋਣ ਦੀ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਟਿਕਟ। ਵੇਖੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇੱਥੇ ਕਿਸੇ ਦਾ ਵੀ ਭਰਾ ਹੋਵੇ, ਕਿਸੇ ਦੀ ਭੈਣ ਹੋਵੇ, ਕੋਈ ਕਾਰਜਕਰਤਾ ਹੋਵੇ, ਸਾਡੇ ਸਿਰ ਦੀ ਪੱਗ ਹੈ। ਇਹ ਕੋਈ ਕੈਪਟਨ ਅਮਰਿੰਦਰ ਸਿੰਘ ਥੋੜਾ ਨਾ ਹੰਕਾਰ ਦੇ ਵਿੱਚ ਮੈਂ ਆਪਦਾ ਸਾਫਾ ਇਹਨਾਂ ਦੇ ਚਰਨਾਂ ਚਲਾਉਣਾ ਔਰ ਇਹਨਾਂ ਨੂੰ ਕਹਿਣਾ ਜੇ ਕਾਂਗਰਸ ਜਿਤਾਉਣੀ ਹੈ ਅਸੀਂ ਇਕੱਠੇ ਹੋ ਕੇ ਲੜੀਏ। ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਨੀਵਾਂ ਹੋ ਕੇ ਸਭ ਨੂੰ ਇਲਤਜਾ ਕਰਦਾ। ਇਹਦੇ ਮੈਂ ਕਹਿੰਦਾ ਜੇ ਮੈਂ ਨੀਵਾਂ ਹੋ ਕੇ ਪ੍ਰਣਾਮ ਵੀ ਕਰਕੇ ਕਿਸੇ ਰੁੱਸੇ ਨੂੰ ਮਨਾਉਣਾ ਪਿਆ ਮੈਨੂੰ, ਮੇਰਾ ਕੋਈ ਅਹੰਕਾਰ ਨਹੀਂ। ਮੇਰੀ ਮੈਂ ਮੁੱਕੀ ਫਿਰ ਤੂੰ ਹੀ ਤੂੰ, ਜਿੱਥੇ ਮੇਰੀ ਮੈਂ ਉੱਥੇ ਨਹੀਂ ਹੈ ਤੂੰ। ਮੈਂ ਤੇ ਇਹਨਾਂ ਨੂੰ ਪਰਮਾਤਮਾ ਦਾ ਰੂਪ ਦੇਖਦਾ ਔਰ ਮੈਂ ਕਾਰਜਕਰਤਾ ਦੇ ਲਈ ਵੀ ਕਹਿਣਾ ਕਿ ਜਿਹੜੀਆਂ ਚੇਅਰਮੈਨੀਆਂ ਪਿਛਲੀ ਵਾਰ ਵਾਅਦਾ ਖਿਲਾਫੀ ਹੋਈ, ਪੰਜਾਬ ਕਾਂਗਰਸ ਦੇ ਕਾਰਜਕਰਤਾ ਦੇ ਨਾਲ ਵਾਅਦਾ ਖਿਲਾਫੀ ਹੋਈ, ਉਹਨਾਂ ਨੂੰ ਕਿਹਾ ਗਿਆ ਵੀ ਤੈਨੂੰ ਆ ਦੇਾਂਗੇ ਤੈਨੂੰ ਆ ਦੇਾਂਗੇ, ਕਿਸੇ ਨੂੰ ਕੁਝ ਨਹੀਂ ਦਿੱਤਾ। ਮੈਂ ਲੁਧਿਆਣੇ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਕਿਹਾ ਕਿ 4000 ਚੇਅਰਮੈਨੀਆਂ ਨੇ, ਅਗਰ ਉਹ ਚੇਅਰਮੈਨੀਆਂ ਕਾਂਗਰਸ ਦੇ ਵਰਕਰ ਨੂੰ ਤੁਸੀਂ ਦੇ ਦਿਓ, ਇਲੈਕਸ਼ਨ ਅਸੀਂ ਅੱਜ ਹੀ ਜਿੱਤ ਜਾਾਂਗੇ। ਤੇ ਜੇ ਅੱਜ ਵੀ ਅਸੀਂ ਕਤਾਰ 'ਚ ਅੱਗੇ ਖੜੇ ਬੰਦਿਆਂ ਨੂੰ ਨੌਕਰੀਆਂ ਦੇਣੀਆਂ ਨੇ, ਜਿਹੜੇ ਸੂਟ ਲਾ ਕੇ ਟਾਈ ਬਾਈ ਲਾਈ ਹੋਈ ਹੈ ਉਹਨਾਂ ਨੂੰ ਹੀ ਨੌਕਰੀਆਂ ਦੇਣੀਆਂ ਨੇ, ਤੇ ਫਿਰ ਵਰਕਰ ਕਿੱਥੇ ਹੈ? ਮੈਂ ਪੁਰਜ਼ੋਰ ਇੱਕ ਕਮਿਸ਼ਨ ਦੀ ਮੰਗ ਕਰੂੰਗਾ ਜਿਹੜੀ ਮੈਨੀਫੈਸਟੋ ਦੇ ਵਿੱਚ ਆਏਗਾ ਕਿ ਉਸ ਕਮਿਸ਼ਨ ਦੇ ਅਧੀਨ ਜਿੰਨਾ ਕਾਂਗਰਸ ਦਾ ਵਰਕਰ ਹੈ ਮੈਰਿਟ ਦੇ ਨਾਲ ਹਰ ਡਿਸਟ੍ਰਿਕਟ ਦੇ ਵਿੱਚ 4000 ਚੇਅਰਮੈਨੀਆਂ ਉਹਨਾਂ ਵਰਕਰਾਂ ਨੂੰ ਦਿੱਤੀਆਂ ਜਾਣ। ਮੈਂ ਟੰਕੇ ਦੀ ਚੋਟ ਤੇ ਕਹਿਣਾ ਚਾਹੁੰਦਾ। ਵਿਕਰਮ ਮਜੀਠੀਆ ਕਹਿ ਰਹੇ ਨੇ ਕਿ ਤੁਹਾਡੇ ਸਭ ਤੋਂ ਜ਼ਿਆਦਾ ਟਾਈਮ ਹੈ ਅੱਗੇ ਜੀ ਅਗਲਾ ਸਵਾਲ ਕਿਆ ਸੀਗਾ ਉਹਦੇ ਵਿੱਚ 70-80% ਤੁਸੀਂ ਵਿਜ਼ਨ ਦੀ ਗੱਲ ਕਰਦੇ ਹੋ, ਆਪਣਾ ਵਿਜ਼ਨ ਦੱਸਦੇ ਹੋ ਜੀ। ਪੋਲੀਟੀਕਲ ਸਵਾਲਾਂ ਦੇ ਵੀ ਕੁਝ ਜਵਾਬ ਦਿੰਦੇ, ਆਪਣੇ ਵਿਰੋਧੀਆਂ ਨੂੰ ਠੋਕਦੇ ਵੀ ਹੋ। ਜੀ। ਜਿਹੜੀ ਅੱਜ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ, ਉਹ 'ਚ ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜੀ ਚੰਨੀ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਾ ਦੇ ਕੇ ਕਾਂਗਰਸ ਨੇ ਇਹ ਸਾਬਤ ਕੀਤਾ ਕਿ ਉਹ ਸਿਰਫ ਇੱਕ ਦਲਿਤ ਫੇਸ ਸੀਐਮ ਵਾਸਤੇ ਇਸਤੇਮਾਲ ਕਰਨਾ ਚਾਹੁੰਦੀ ਸੀ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਮੇਰੀ ਗੱਲ ਨੂੰ ਸੁਣੋ, ਹੋਰ ਕਿਸੇ ਨੇ ਕੀਤਾ? ਬਾਕੀ ਗੱਲਾਂ ਕਰਦੇ ਰਹੇ ਨੇ, ਕਿਸੇ ਨੇ ਕੀਤਾ? ਫਿਰ ਜਦੋਂ ਕਰਤਾ ਤੇ ਢਿੱਡ ਪੀੜ ਹੁੰਦੀ ਹੈ। ਨਾ ਕਰੋ ਤੇ ਅਸੀਂ ਆਹ ਕਰਾਂਗੇ ਤੇ ਅਸੀਂ ਆਹ ਕਰਾਂਗੇ। 10 ਸਾਲ ਸੀ ਡਿਪਟੀ ਸੀਐਮ, ਉਦੋਂ ਕੋਨਾ ਬਣਾ ਲਿਆ ਨਾਲ ਆਪਦੇ ਹੈ। ਕੀਤਾ ਕੀ ਹੈ? ਪਾਲਿਸੀਆਂ ਦੱਸੋ ਕੀ ਕੀਤੀਆਂ ਨੇ? ਮੈਂ ਪਾਲਿਸੀ ਦੀ ਗੱਲ ਕਰਦਾ। ਮੈਂ ਕਹਿੰਦਾ ਭਾਈ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਅਸੀਂ ਪੰਜਾਬੀਅਤ 'ਚ ਬੰਨੇ ਆ, ਅਸੀਂ ਸਰਬੱਤ ਦਾ ਭਲਾ ਕਰੀਏ, ਅਸੀਂ ਸਾਰੀ ਕੌਮ ਦਾ ਭਲਾ ਕਰੀਏ, ਅਸੀਂ ਨੀਤੀਬੱਧ ਤਰੀਕੇ ਨਾਲ ਯੋਜਨਾਬੱਧ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਚੱਕੀਏ। ਇਹ 20 ਬੰਦਿਆਂ ਦੇ ਪਾਵੇ ਨਾਲ ਪਾਵਰਬੰਦੀ ਅਸੀਂ ਹਿੱਸੇਦਾਰ ਬਣਾਈਏ ਨਾ। ਅਖੀਰ 'ਚ ਖੜੋਤਾ ਮੈਂ, ਮੇਰੀਆਂ ਨੀਤੀਆਂ ਦੇਖ ਲਓ ਕੋਈ ਵੀ,
ਮਜ਼ਦੂਰ ਦੀਆਂ ਨੇ, ਕਿਸਾਨ ਦੀਆਂ ਨੇ। ਜਦੋਂ ਮੈਂ ਕਿਸਾਨ ਦੀ ਗੱਲ ਕਰਦਾ, ਕਿਸੇ ਨੇ ਅੱਜ ਤੱਕ ਕੋਈ ਪ੍ਰੋਡਕਟਿਵਿਟੀ ਦੀ ਇੱਕ ਸਕੀਮ ਦਿੱਤੀ ਹੈ? ਮੈਂ ਕਹਿੰਦਾ ਕੋਲਡ ਸਟੋਰੇਜ ਬਣਾਓ। ਮੈਂ ਕਹਿੰਦਾ ਕੋਆਪਰੇਟਿਵ ਐਕਟ 1990 ਦਾ ਇਹਨਾਂ ਦੇ ਹੱਥ, ਕਿਸਾਨਾਂ ਦੇ ਹੱਥ, ਮਜ਼ਦੂਰਾਂ ਦੇ ਹੱਥ ਦਿਓ। ਉਹ ਲੋਕ ਇਹਨੇ ਕਿਹਾ ਅੱਜ ਤੱਕ? ਮੈਂ ਕਹਿੰਦਾ ਕਿ ਅਸੀਂ MSP ਦੇਵਾਂਗੇ, ਯੈਲੋ ਰੈਵੋਲੂਸ਼ਨ ਲਿਆਵਾਂਗੇ। ਜਿਹੜੇ ਤੇਲ ਬੀਜ ਨੇ ਉਹ 75,000 ਕਰੋੜ ਰੁਪਏ ਦੇ ਇੰਪੋਰਟ ਕਰਦੇ ਆ, ਅਸੀਂ ਪਾਸੇ ਰੱਖਾਂਗੇ। ਪੰਸਬ ਪ੍ਰੋਕਿਉਰਮੈਂਟ ਕਰੇਗੀ, ਪੰਸਬ ਪ੍ਰੋਕਿਉਰਮੈਂਟ ਕਰੇਗੀ ਔਰ MSP ਦੇਗੀ ਲੀਗਲ ਦਾਲਾਂ ਦੇ ਉੱਤੇ ਤੇ ਆਇਲ ਸੀਡਸ ਦੇ ਉੱਤੇ। ਔਰ ਅਸੀਂ ਝੋਨੇ ਤੋਂ ਡਾਈਵਰਸੀਫਾਈ ਕਰਕੇ ਨਵੇਂ ਪਲਾਂਟ ਉਗਾਵਾਂਗੇ। ਇੱਥੇ ਤੁਸੀਂ ਅੱਜ ਦੇਖ ਲਓ, ਘੱਟ ਤੋਂ ਘੱਟ ਨਹੀਂ ਮੈਂ ਤੁਹਾਨੂੰ 100 ਖੇਤ ਦਿਖਾऊं, 5 ਏਕੜਾਂ ਚੋਂ 50-50 ਲੱਖ ਪਾਉਂਦੇ। MSP ਮੰਗਣੀ ਨਹੀਂ। ਬਾਰਡਰ ਖੋਲਣ ਦੀ ਗੱਲ, ਸਿੰਗਲ ਵਿੰਡੋ ਸਿਸਟਮ ਦੀ ਗੱਲ ਕਿਸੇ ਨੇ ਕੀਤੀ ਅੱਜ ਤੱਕ? ਲਾ ਤੁਸੀਂ 1700 ਦੀ MSP 30 ਸਾਲ ਚ ਕੀਤੀ, 300 ਤੋਂ 1700। ਮੈਂ ਇੱਕ ਦਿਨ ਦੇ ਵਿੱਚ 1700 ਤੋਂ 3000 ਦੀ ਗੱਲ ਕਰਦਾ। ਉਜ਼ਬੇਕਿਸਤਾਨ, ਕਜ਼ਾਕਿਸਤਾਨ 3000 ਦੀ ਜੀਰੀ, 7000, 22 ਰੁਪਏ ਦਾ ਕਿਲੋ ਅਦਰਕ, 150, 5 ਰੁਪਏ ਦਾ ਟਮਾਟਰ, ਕਦੇ 50 ਟੁੱਟਿਆ ਨਹੀਂ। ਇਹ ਸਾਡੀ ਮਾਰਕੀਟ ਹੈ ਭਾਈ। ਸਾਡਾ ਲੈਂਡਲੈਸ, ਸਾਡਾ ਸਮਾਨ 2100 ਕਿਲੋਮੀਟਰ ਕਿਉਂ ਜਾਵੇ ਬਈ ਅਡਾਨੀ ਦੇ ਪੋਰਟ ਤੇ 22 ਕਿਲੋਮੀਟਰ ਕਿਉਂ ਨਾ ਜਾਵੇ? ਇਹ ਜਵਾਬ ਹੈ ਨਾ ਇਹਨਾਂ ਦੇ। ਕਰਾਚੀ ਬੰਬੇ ਖੁੱਲਾ ਤੇ ਭਾਈ ਲਾਹੌਰ ਅੰਮ੍ਰਿਤਸਰ ਕਿਉਂ ਨਾ? ਪਾਸਪੋਰਟਾਂ ਵਾਲਿਆਂ ਨੂੰ ਕਿਉਂ ਨਾ ਖੋਲੋ ਤੁਸੀਂ? ਸਾਹਿਬ ਇੱਕ ਤੁਸੀਂ ਕਿਹਾ ਸੀਗਾ ਕਿ ਚੰਡੀਗੜ੍ਹ ਦੇ ਆਸ-ਪਾਸ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ, ਜੇ ਉਹ ਕਬਜ਼ਾ ਮੁਕਤ ਕਰ ਲਈਆਂ ਜਾਂ ਜ਼ਮੀਨਾਂ ਤੇ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾ ਸਕਦਾ। ਕਿਆ ਤੁਸੀਂ ਅੱਜ ਵੀ ਦੇਖੋ, ਇਹਦਾ ਜਵਾਬ ਦੇ ਰਿਹਾ। 3 ਮਰਲੇ ਪਲਾਟ, 4 ਮਰਲੇ ਪਲਾਟ ਜਿਹੜੇ ਪੰਚਾਇਤਾਂ ਵਾਲੇ ਦੇਣੇ ਸੀਗੇ, ਅਸੀਂ ਕਿੰਨਿਆਂ ਕੁ ਨੂੰ ਮਿਲੇ ਨੇ? ਹੋਰ ਸੁਣੋ, ਬਾਲੇ 50-50 ਰੁਪਏ ਦੇ ਜਿਹੜੇ ਕੱਚੇ ਮਕਾਨਾਂ ਵਾਸਤੇ ਨੇ, ਕਿੰਨਿਆਂ ਕੁ ਨੂੰ ਮਿਲੇ ਨੇ? ਇਹ ਸਕੀਮਾਂ ਤਾਂ ਹੀ ਪੋਸੀਬਲ ਨੇ ਜੇ ਸਟੇਟ ਦੇ ਖਜ਼ਾਨੇ ਦੇ ਵਿੱਚ ਪੈਸੇ ਹੋਣ। ਮੈਂ ਕੈਟੇਗੋਰੀਕਲੀ ਕਹਿ ਰਿਹਾ, ਇਸ ਲਾਈਨ ਨੂੰ ਚਾਹੇ ਹੈਡਲਾਈਨ ਬਣਾਓ। ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲੇ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਲਓ, ਮੈਂ ਕਹਿੰਦਾ ਤੁਹਾਨੂੰ, ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲੇ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ। ਮੈਂ EMPLOYE ਵੀਰਾਂ ਨੂੰ ਕਹਿਣਾ, ਅੱਜ ਪੰਜਾਬ ਨੂੰ 1000 ਕਰੋੜ ਰੁਪਈਆ ਹੋਵੇ ਤੇ ਕੋਈ ਮਾਸਟਰ, ਕੋਈ ਪ੍ਰੋਫੈਸਰ ਸੜਕ ਦੇ ਉੱਤੇ ਨਾ ਹੋਵੇ। ਪੰਜਾਬ ਕੋਲ 3000 ਕਰੋੜ ਰੁਪਈਆ ਸਰਪਲਸ ਹੋਵੇ ਤੇ ਕੋਈ ਬੰਦਾ ਧਰਨਾ ਨਾ ਦੇਵੇ। ਸਾਹਿਬ, ਜੇ ਸਰਕਾਰ ਆਂਦੀ ਕਾਂਗਰਸ ਦੀ, ਕਿਹਾ ਹੈ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਾਇਆ ਜਾਏਗਾ? ਤੁਸੀਂ ਇਹ ਕਿਹਾ ਸੀ ਵੀ 900 ਏਕੜ ਜ਼ਮੀਨ ਤੇ 2 ਮੁੱਖ ਮੰਤਰੀਆਂ ਨੇ ਕਬਜ਼ਾ ਕੀਤਾ ਹੈ। ਮੈਂ ਕਹਿੰਦਾ, ਮੈਂ ਅੱਜ ਵੀ ਕਹਿਣਾ, ਔਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਚੁੱਕ ਲੈ, ਕੱਲੇ ਮੋਹਾਲੀ ਦੇ ਵਿੱਚ 1.5 ਲੱਖ ਕਰੋੜ ਦੀ ਜ਼ਮੀਨ ਦੱਬੀ ਹੋਈ ਹੈ। ਗਊਚਰਾਂ ਲੈਂਡ 72000 ਏਕੜ ਜਦ ਦੱਬੀ ਹੋਈ ਹੈ, ਜਿਹੜੀ ਰਾਜਿਆਂ ਨੇ ਦਿੱਤੀ ਗਊਆਂ ਨੂੰ। ਦੇਖਿਆ ਨਹੀਂ ਪਹਿਲਾਂ ਗਊ ਜਾਂ ਜਿਨ੍ਹਾਂ ਦੇ ਲੱਤਾਂ ਟੁੱਟੀਆਂ ਹੁੰਦੀਆਂ ਸੀਗੀਆਂ, ਘੋੜੇ, ਉਹ ਫਿਰਦੇ ਹੁੰਦੇ ਸੀ, ਯਾਦ ਹੈ? ਦੱਸ ਕਿੱਥੇ ਜ਼ਮੀਨ ਅੱਜ ਉਹ ਹੈ? ਭਾਈ ਮਜ਼ਦੂਰਾਂ ਦਾ ਜਿਹੜਾ ਸੈਸ ਲੈਂਦੇ ਆ ਕੰਸਟਰਕਸ਼ਨ ਵਰਕਰ ਦਾ, ਕਿੱਥੇ ਰਜਿਸਟਰਡ ਨੇ? 1% ਰਜਿਸਟਰਡ ਨਹੀਂ। ਉਹਨਾਂ ਦੇ ਕਾਰਡ ਕਿੱਥੇ ਨੇ? ਮੈਂ ਜਦੋਂ ਕਹਿੰਦਾ 5 ਲੱਖ ਬੰਦੇ ਨੂੰ ਅਰਬਨ ਨੌਕਰੀ ਦੇਵਾਂਗੇ ਅਸੀਂ, ਕੋਈ ਖੇਤ 'ਚ ਵੜੇ ਤਾਂ ਸਹੀ ਮਜ਼ਦੂਰ, ਕੋਈ 5 ਏਕੜ ਤੋਂ 10 ਏਕੜ ਤੋਂ ਥੱਲੇ ਕਿਸਾਨ ਵੜੇ ਤਾਂ ਸਹੀ ਖੇਤ 'ਚ, 400 ਰੁਪਈਆ ਮਿਲੇਗਾ ਉਹਨੂੰ। ਡਿਮਾਂਡ ਡਰਿਵਨ ਮਨਰੇਗਾ ਦਾ, ਇਹਦੇ 'ਚ ਅਰਬਨ ਰਿਨਿਊਅਲ ਮਿਸ਼ਨ ਦਾ। ਇਹ ਮੈਂ ਤੁਹਾਨੂੰ ਜੌਬਸ ਦੀ ਗੱਲ ਕਰ ਰਿਹਾ, ਤੁਹਾਨੂੰ ਨਾਲ ਦੱਸੂ ਸੈਮੀ ਸਕਿਲਡ, ਸਕਿਲਡ, ਅਨਸਕਿਲਡ ਲੇਬਰ ਨੂੰ ਕਿੱਦਾਂ ਦੇਵਾਂਗੇ ਜ਼ਮੀਨਾਂ ਕਬਜ਼ਾ ਮੁਕਤ। ਬਿਲਕੁਲ ਸਾਹਿਬ, ਜਿਹੜੀ ਚੋਣ ਕਮਿਸ਼ਨ ਡੇਟ ਹੋ ਗਈ ਵਧਾਈ, ਮੈਂ ਕਿਹਾ ਬਿਲਕੁਲ ਇਹਦੇ ਲਈ ਨਵਜੋਤ ਸਿੰਘ ਸਿੱਧੂ, DIG ਚੰਦਰ ਸ਼ੇਖਰ, ਇੱਕ ਰਿਟਾਇਰਡ ਜੱਜ, ਉਹਦੀ ਰਿਪੋਰਟ ਹੈ, ਧੂੜ ਚੱਟ ਰਹੀ ਹੈ ਉਹ। ਹੱਕ ਕਮੇਟੀ ਦੀ ਰਿਪੋਰਟ ਕਿਸਾਨਾਂ ਦੇ ਉੱਤੇ ਦਿੱਤੀ ਸੀ, ਧੂੜ ਚੱਟ ਰਹੀ ਹੈ ਉਹ ਭਾਈ। ਉਹਦੇ ਇਲਾਵਾ 1000 ਰੁਪਏ ਰੇਤੇ ਦੀ ਟਰਾਲੀ, ਉਹਦੀ ਰਿਪੋਰਟ ਧੂੜ ਚੱਟ ਰਹੀ ਹੈ ਉਹ। ਸ਼ਰਾਬ ਦੀ ਬਣਾਉਣ ਨਹੀਂ ਦਿੱਤੀ। ਹਾਂਜੀ, ਡਿਜੀਟਲ ਪੰਜਾਬ ਦੀ ਗੱਲ, E-ਫਾਈਲਿੰਗ ਦੀ ਗੱਲ, ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ। ਕੋਈ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਘਰ ਦਾ ਨਕਸ਼ਾ, ਹਾਂਜੀ, ਕੋਈ ਤਹਿਸੀਲ ਦਾ ਕੰਮ, ਮਾਸਟਰ ਪਲਾਨ ਸੁਪਰ ਇੰਪੋਜ਼ ਕਿਉਂ ਨਹੀਂ ਹੁੰਦਾ ਖਸਰਾ ਨੰਬਰ ਤੇ? ਇੱਕ ਬੀਜੇਪੀ ਵਾਲੇ ਰੋਕ ਲਗਾ ਰਹੇ ਕਿ ਇਮਰਾਨ ਖਾਨ ਦਾ ਦੋਸਤ ਹੈ ਜੋ ਪ੍ਰਧਾਨ ਮੰਤਰੀ। ਡੇਟ ਹੌਲੀ-ਹੌਲੀ ਜਿਹੜਾ ਪ੍ਰਚਾਰ ਨਹੀਂ ਕਰ ਪਾ ਰਹੀਆਂ ਸਿਆਸੀ ਪਾਰਟੀਆਂ, ਪਹਿਲਾਂ ਵੀ 15 ਤਰੀਕ ਦੀ ਫਿਰ ਵਧਾਤੀ, ਤਾਂ ਤੁਹਾਨੂੰ ਲੱਗਦਾ ਕਿ ਕੋਈ ਇੱਕ ਚੋਣ ਕਮਿਸ਼ਨ? ਭਾਈ ਅਸੀਂ ਤੇ ਜੋ ਕੁਝ ਵੀ ਪ੍ਰਚਾਰ ਕੀਤਾ ਹੈ, 50-50 ਰੈਲੀਆਂ ਕਰੀ ਬੈਠੇ ਆ। ਮੈਂ ਵੀ ਤੇ ਚੰਨੀ ਵੀ, ਅਸੀਂ ਤੇ 50-50 ਰੈਲੀਆਂ ਕਰੀ ਬੈਠੇ ਆ। ਅਸੀਂ ਤਾਂ ਆਪਣੀ ਵਿਜ਼ਨ ਦੇਈ ਬੈਠੇ ਆ, ਕੋਈ ਪਹਿਲੀ ਵਾਰ ਤਾਂ ਦੇ ਨਹੀਂ ਰਹੇ। ਹਾਂ, ਜਿਹੜੇ ਮਾਈਗ੍ਰੇਟਰੀ ਬਰਡ ਪੋਲੀਟੀਕਲ ਟੂਰਿਸਟ ਹੋਣ ਆਏ ਆ, ਉਹ ਆ ਕੇ ਕਹਿੰਦੇ ਹਮ 15 ਪੁਆਇੰਟ ਦੇंगे, हम 10 ਪੁਆਇੰਟ देंगे। ਪਹਿਲਾਂ ਕਿੱਥੇ ਸੀ ਉਹ?
ਸਿਰ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਪੰਜਾਬ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ, ਇਹ ਵੀ ਕਿਹਾ ਜਾ ਰਿਹਾ ਕੋਈ ਸਵਾਲ ਹੀ ਹੈ ਨਹੀਂ ਉਹਦੇ 'ਚ। ਦੇਖੋ ਪ੍ਰਧਾਨ ਮੰਤਰੀ ਦਾ ਮੈਂ ਸਭ ਤੋਂ ਵੱਧ ਸਨਮਾਨ ਕਰਦਾ ਹਾਂ। ਸਾਡਾ ਪ੍ਰਧਾਨ ਮੰਤਰੀ ਹੈ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ, ਅਸੀਂ ਦੇਸ਼ ਦੇ ਵਸਨੀਕ ਹਾਂ। ਮੈਂ ਆਦਰ ਕਰਦਾ, ਸਨਮਾਨ ਕਰਦਾ ਐਜ਼ ਏ ਪ੍ਰਾਈਮ ਮਿਨਿਸਟਰ। ਮੈਂ ਕਹਿੰਦਾ ਉਹ ਸਾਡੇ ਬੜੇ ਹੀ ਸਨਮਾਨਯੋਗ ਨੇ। ਲੇਕਿਨ ਹੁਣ ਜੇ ਪ੍ਰਧਾਨ ਮੰਤਰੀ ਨੂੰ ਸੁਣਨ 700 ਲੋਕ ਆਇਆ, 70,000 ਕੁਰਸੀ ਖਾਲੀ ਪਈ ਆ, ਮੈਂ ਕੀ ਕਰ ਸਕਦਾ ਇਹਦੇ 'ਚ? ਇਹ ਜੇ ਮੇਰਾ ਹੁਣ ਤੂੰ ਮੇਰੀਆਂ ਟਿੰਡੀਆਂ ਨੇ 'ਚ, ਤੇ ਜੇ ਉੱਥੇ ਹੁਣ ਪ੍ਰਧਾਨ ਮੰਤਰੀ 700 ਲੋਕਾਂ ਨੂੰ ਐਡਰੈਸ ਦਿੰਦਾ ਤੇ ਤੁਸੀਂ ਉਹ ਇਤਿਹਾਸ ਬਣਾ ਦਿੰਦੇ, देश का पहला प्रधानमंत्री जिसने 70,000 कुर्सी को एड्रेस किया, एक बेशर्म मुख्यमंत्री तो पहले ही कर रहा था। फिर ਤੁਸੀਂ ਕਹਿੰਦੇ ਅਸੀਂ ਪ੍ਰਧਾਨ ਮੰਤਰੀ ਦੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਔਰ ਪ੍ਰਧਾਨ ਮੰਤਰੀ ਦੀ ਮਤਲਬ ਖੈਰ ਮਕਦਮ ਕਰਦੇ ਹਾਂ, ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦੇ ਹਾਂ। ਕੋਈ ਵਿਰੋਧ ਤੇ ਕਰ ਸਕਦਾ ਹੈ ਪਰ ਉਹਨਾਂ ਦੀ ਜਾਨ ਨੂੰ ਇੱਥੇ ਕੋਈ ਖਤਰਾ ਨਹੀਂ, ਮੈਂ ਗਾਰੰਟੀ ਨਾ ਕਹਿਣਾ। ਤੁਹਾਡਾ ਬਾਰ-ਬਾਰ ਨਾਮ ਲਿਆ ਜਾ ਰਿਹਾ ਕਿ ਇਮਰਾਨ ਖਾਨ ਦੋਸਤ ਨੇ ਜੀ ਇਹ ਭਾਈ ਮੈਂ ਅੱਜ ਠੋਕ ਕੇ ਕਹਿਣਾ ਕਿ ਰਾਜਾ ਗਿਆ ਕੈਪਟਨ ਅਮਰਿੰਦਰ ਸਿੰਘ ਉੱਥੇ 10-10 ਦਿਨ ਰਹਿ ਕੇ ਆਇਆ ਹੈ ਤੇ ਸੁਲਤਾਨ ਘੋੜਾ ਉੱਤੇ ਕਿਸੇ ਨੂੰ ਹੋਰ ਨੂੰ ਚੜਾ ਕੇ ਲਿਆਇਆ ਤੇ ਉਹਨੂੰ 4 ਸਾਲ ਇੱਥੇ ਰੱਖਿਆ। ਹਾਂਜੀ ਠੀਕ ਹੈ। ਤੇ ਦੂਜੇ ਗਏ ਬਾਦਲ 21 ਲੱਖ ਭੇਡੂਆਂ ਦੇ ਲੈ ਕੇ ਆਏ। ਭੇਡੂ ਫੜ ਲਓ ਪੂੰਛ, ਭੇਡੂ ਚੱਕੋ, ਭੇਡੂ ਇਹ ਭੇਡੂ ਲੈ ਕੇ ਆਏ, ਐ ਪੂੰਛਾਂ ਮਾਰਦੇ ਤੜ। ਫਿਰ ਉਹਦੇ ਤੇ 21 ਲੱਖ ਰੁਪਈਆ ਡਿਊਟੀ ਦਿੱਤੀ ਤੇ ਸਿੱਧੂ ਗਿਆ ਤੇ ਬਾਬੇ ਨੇ ਹੱਥ ਐ ਕੀਤਾ ਤੇ ਉਸ ਬਾਬੇ ਦੀ ਕਿਰਪਾ ਦੇਖੋ, ਸਿੱਧੂ ਨੂੰ ਡਾਕੀਆ ਬਣਾ ਕੇ ਤੋਰਿਆ ਕਰਤਾਰਪੁਰ ਸਾਹਿਬ ਦਾ ਲਾਂਘਾ। ਮੇਰੇ ਵਰਗੇ ਲੱਖਾਂ ਕਰੋੜਾਂ ਦੀਆਂ ਅਰਦਾਸਾਂ ਕਬੂਲ ਕਰਤੀਆਂ ਤੇ ਢਿੱਡ ਪੀੜ ਹੁੰਦੀ ਹੈ, ਜਾਓ ਦਰਸ਼ਨ ਕਰੋ, ਬਾਬੇ ਦੇ ਸਾਵਾ ਲਾਓ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਤੇਰਾ ਕਰੋ। ਮੇਰੀਆਂ ਬੱਸਾਂ, ਮੇਰੇ ਢਾਬੇ, ਮੇਰੇ ਹੋਟਲ ਛੱਡੋ। ਜਵਾਬ ਮਿਲ ਗਿਆ। ਮੁਲਾਜ਼ਮ ਨੂੰ ਮੈਂ ਹਸਪਤਾਲ 'ਚ ਕਨਵਰਟ ਕਰੂੰਗਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੀਐਮ ਦੀ ਰੈਲੀ ਦੇ ਘੱਟ ਬੰਦੇ ਪਹੁੰਚੇ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਖਾਲੀ ਕੁਰਸੀ ਭਾਸ਼ਣ ਦੇ ਕੇ ਉੱਥੋਂ ਆ ਗਏ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਬੀਜੇਪੀ ਬੜੇ ਜ਼ੋਰ ਸ਼ੋਰ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਰੈਲੀ ਅਤੇ ਬੈਨ ਜਿਹੜਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ? ਛੋਟੇ ਭਾਈ ਮੈਨੂੰ ਦੱਸ, ਤੈਨੂੰ ਇੰਨੇ ਸਾਲ ਹੋ ਗਏ, ਮੈਂ ਦੇਖਦੇ ਹੋ ਗਏ ਤੈਨੂੰ ਗਿੱਲ ਸਾਹਿਬ, ਹੈਂ ਤੂੰ ਰੋਟੀ ਨੂੰ ਚੋਚੀ ਕਹਿਣਾ? ਮੈਂ ਇੰਨਾ ਹੀ ਸਵਾਲ ਹੈ, ਤੂੰ ਰੋਟੀ ਨੂੰ ਚੋਚੀ ਕਹਿਣਾ? ਓ ਯਾਰ ਤੁਸੀਂ ਤਾਂ ਉੜਦੀ ਚਿੜੀ ਦੇ ਫੰਗ ਕਹਿੰਦੇ ਹੋ, ਤੈਨੂੰ ਪਤਾ ਹੈ ਨਾ ਸਾਰਾ ਕੁਝ। ਲੋਕਾਂ ਨਾਲ ਜੁੜੇ ਹੋਏ ਹੋ, ਗਲੀਆਂ 'ਚ ਮੁਹੱਲਿਆਂ 'ਚ ਨੁੱਕੜ ਮੀਟਿੰਗਾਂ ਦੇ ਵਿੱਚ ਬੈਠਦੇ ਹੋ। ਇਹ ਤੁਹਾਨੂੰ ਨਹੀਂ ਪਤਾ ਕਿੱਥੇ ਖੜੇ ਹੈ? ਤੁਹਾਨੂੰ ਨਹੀਂ ਪਤਾ ਕਿ ਸਿੱਧੂ ਜਦੋਂ ਫਿਰ ਦੇਖੋ ਯਾਰ, ਤੁਹਾਨੂੰ ਨਹੀਂ ਪਤਾ ਕਿ ਭਾਈ 3 ਤਾਂ ਮੰਤਰੀ ਹਾਰੇ ਹੈ ਮੋਦੀ ਸਾਹਿਬ ਦੀ ਵੇਵ 'ਚ ਹੈ, ਉਦੋਂ ਬਾਅਦ 2 ਸੀਟਾਂ ਆਈਆਂ ਨੇ। ਅਸੀਂ ਆਈ ਵਿਸ਼ ਦੈਮ ਵੈਲ। ਸਰ ਤੁਸੀਂ ਆਪਣਾ ਵਿਜ਼ਨ ਦੱਸਿਆ, ਬਹੁਤ ਅੱਛਾ ਵਿਜ਼ਨ ਹੈਗਾ, ਜਿਸ ਤਰ੍ਹਾਂ ਇਨਕਮ ਸੋਰਸ ਕਿੱਦਾਂ ਜਨਰੇਟ ਕਰਨੇ ਆ, ਰੈਵਨਿਊ ਕਿੱਦਾਂ ਵਧਾਉਣਾ, ਇਹ ਸਾਰਾ ਕੁਝ ਉਦੋਂ ਹੀ ਪੋਸੀਬਲ ਹੈ ਜੇ ਤੁਸੀਂ ਲੀਡ ਕਰਦੇ ਹੋ। ਕਿ ਤੁਹਾਡੇ ਪਾਰਟੀ ਨੇ ਕੋਈ ਇਹੋ ਜਿਹਾ ਇੰਡੀਕੇਸ਼ਨ ਦਿੱਤਾ ਹੂ ਵਿਲ ਲੀਡ ਕਾਂਗਰਸ? ਦੇਖੋ ਇਹਦੀ ਇੰਡੀਕੇਸ਼ਨ ਸਿਰਫ ਮੈਨੀਫੈਸਟੋ 'ਚੋਂ ਆ ਸਕਦੀ। ਅਗਰ ਮੈਨੀਫੈਸਟੋ ਦੇ ਵਿੱਚ ਏਜੰਡਾ ਹੈ ਤੇ ਸਿੱਧੂ ਨੂੰ ਨੀਹਾਂ ਚਿਣ ਦਿਓ, ਜਿਹੜੀ ਜ਼ਿੰਮੇਵਾਰੀ ਦਊਂਗੇ ਨਿਭਾ ਦੂੰਗਾ। ਲੇਕਿਨ ਅਗਰ ਕੋਈ ਗਰੰਟੀ ਨਹੀਂ ਹੈ ਔਰ ਅਗਰ ਕੋਈ ਇਹ ਮਤਲਬ ਕੋਈ ਇਹ ਰੋਡ ਮੈਪ ਹੀ ਹੈ ਨਹੀਂ ਤੇ ਕਹੋ ਜੀ ਅਸੀਂ ਸੱਤਾ ਹਾਸਲ ਕਰਨੀ ਹੈ, ਚਲੋ ਜੀ ਇਲੈਕਸ਼ਨ ਲੜੀਏ। ਸਰ ਇਸ ਰੋਡ ਮੈਪ ਨੂੰ ਲੀਡ ਤੁਸੀਂ ਕਰੋਗੇ? ਇੱਕ ਗੱਲ ਨੂੰ ਸਮਝੋ, ਇਹ ਪਾਰਟੀ 70 ਸਾਲ ਪੁਰਾਣੀ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਔਰ ਸੋਨੀਆ ਜੀ ਦੀ ਹੈ, ਠੀਕ ਹੈ। ਉਹ ਬੜੇ ਹੀ ਚੰਗੇ ਤਰੀਕੇ ਨਾਲ ਨਿਰਣੇ ਲੈਂਦੇ ਆ। ਤੁਸੀਂ ਦੇਖੋ ਕਿ ਜਦੋਂ ਉਹਨਾਂ ਕੋਲ ਸੱਤਾ ਸੀ, ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਨੂੰ, ਜਿਹਦਾ ਨਾਮ ਅੱਜ ਵੀ ਸੂਰਜ ਵਾਂਗ ਚਮਕਦਾ ਹੈ, ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਰੱਖਿਆ। ਜੇ ਉਹ ਚਾਹੁੰਦੇ ਤੇ ਦੂਜੀ ਵਾਰ ਸਰਦਾਰ ਮਨਮੋਹਨ ਸਿੰਘ ਕਹਿੰਦੇ ਸੀ ਕਿ ਰਾਹੁਲ ਜੀ ਨੂੰ ਬਣਾ ਦਿਓ ਤੇ ਉਹਨਾਂ ਨੇ ਬਣਾਇਆ। ਆਪ ਪਿੱਛੇ ਰਹੇ, ਸਰਦਾਰ ਮਨਮੋਹਨ ਸਿੰਘ ਨੂੰ 2 ਵਾਰ ਮੁੱਖ ਮੰਤਰੀ ਬਣਾਇਆ। ਲੇਕਿਨ ਜਦੋਂ ਸਾਰੇ ਪਾਸੋਂ ਵਿਪਰੀਤ ਪਰਿਸਥਿਤੀਆਂ ਸੀ, ਪੁੱਠੀ ਪਰਿਸਥਿਤੀ ਸੀ, ਉਦੋਂ ਰਾਹੁਲ ਜੀ ਅੱਗੇ ਆਏ। ਸੋ ਇਹੀ ਕਿਰਦਾਰ ਹੈ ਨਾ, ਕਿਰਦਾਰ ਮੁਸੀਬਤ 'ਚ ਬਣਾਇਆ ਨਹੀਂ ਜਾਂਦਾ, ਦਰਸਾਇਆ ਜਾਂਦਾ। ਦਰਸਾ ਰਿਹਾ ਬਾਈ ਬੰਦਾ ਕਿਰਦਾਰ, ਖਾਨਦਾਨੀ ਲੋਕ ਨੇ, ਕਿਰਦਾਰ ਵਾਲੇ ਲੋਕ ਨੇ, ਖੜੇ ਆ ਨਾਲ। ਥੈਂਕ ਯੂ ਵੈਰੀ ਮਚ ਜੀ। ਅੱਛਾ ਨਾਲ ਕੀ ਰਜਿਸਟਰੀਆਂ ਨੂੰ ਰੇਪ ਨੂੰ ਲੈ ਕੇ ਤੇ ਕੇਬਲਾਂ ਲੈ ਕੇ ਐਲਾਨ ਕੀਤਾ ਭਾਈ ਹਲੇ ਟ੍ਰੇਲਰ ਚੱਲਿਆ, ਫਿਲਮ ਚੱਲਣ ਦੇ। ਤੂੰ ਯਾਰ ਟ੍ਰੇਲਰ ਨੂੰ ਹੀ ਫਿਲਮ ਸਮਝੀ ਜਾਣਾ ਮਿੱਤਰ ਪਿਆਰਿਆ। 2 ਮਹੀਨੇ ਹੋਏ ਆ ਭਾਈ, ਜਿਹੜੇ ਲਾਲ ਵਾਲੇ ਆ, ਮੇਰੇ ਭਰਾ ਨੇ ਅਨਾਉਂਸ ਕੀਤਾ ਰੇਤਾ। ਮੈਂ ਤੈਨੂੰ ਕਹਿਣਾ, ਗਾਰੰਟੀ ਦੇ ਕੇ ਕਹਿਣਾ
ਕਿ ਪਾਲਿਸੀ ਇਹੋ ਜਿਹੀ ਲੈ ਕੇ ਆਉਂਗਾ ਕਿ ਉਹਦਾ ਸੁਪਨਾ ਸਾਕਾਰ ਹੋਏਗਾ। ਨੰਬਰ 3 ਤੈਂ ਕਹਿੰਦਾ ਕੇਬਲ, ਮੈਂ ਕੇਬਲ ਦੱਸਿਆ ਕਿ ਨਹੀਂ ਦੱਸਿਆ ਵੀ 10 MSO ਲਿਆ ਤੇ 400 ਤੋਂ 200 ਆਏਗੀ, ਕੈਰੇਜ ਫੀਸ ਦਿਓ ਸਟੇਟ ਨੂੰ 3000 ਤੋਂ 5000 ਕਰੋੜ ਰੁਪਈਆ ਆਏਗਾ ਤੇ ਕੇਬਲ ਜੁਝਾਰ ਤੋਂ ਮੁਕਤ ਹੋਏਗੀ। ਅਸੀਂ ਕੰਪੀਟੀਸ਼ਨ ਕੇ ਹੋਰ ਤੇ ਹੋਰ, ਮੈਂ ਤੁਹਾਨੂੰ ਕਹਿ ਰਿਹਾ ਕਿ ਸਰਬ ਸਾਂਝੀ ਗੁਰਬਾਣੀ ਅਸੀਂ ਸਾਰੀ ਦੁਨੀਆ ਦੇ ਘਰ ਪਹੁੰਚਾਵਾਂਗੇ। ਬਾਬੇ ਨਾਨਕ ਨੇ ਜਗਤ ਗੁਰੂ ਬਣ ਕੇ ਦਿਖਾਇਆ, ਜਗਤ ਗੁਰੂ ਮੇਰਾ ਬਾਬਾ ਨਾਨਕ, ਤੇ ਸਾਰੇ ਜਗਤ 'ਚ ਜਾਣੀ ਚਾਹੀਦੀ ਹੈ ਉਹ ਕਿਸੇ ਇੱਕ ਚੈਨਲ ਤੇ ਨਹੀਂ ਹੋਏਗੀ। ਤੇ ਇਹ ਜਿਹੜੇ ਲੈਜਿਸਲੇਚਰ ਨੂੰ ਬੰਨ ਕੇ ਰੱਖਣ ਵਾਲੇ, ਇਹ MLA ਨੂੰ ਸਿਰਫ ਇੱਕ SSP ਦਾ ਤੇ DSP ਦਾ ਮੁਹਤਾਜ ਬਣਾਉਣ ਵਾਲੇ ਤੇ ਹੱਥ ਚੱਕ ਲਫਟੈਨ MLA ਦੇ ਬਣਾਉਣ ਵਾਲੇ ਤੇ ਅਫਸਰਸ਼ਾਹੀ ਕਾਇਮ ਕਰਨ ਵਾਲੇ, ਇਹਨਾਂ ਨੂੰ ਬਦਲਾਂਗੇ ਔਰ ਤਾਕਤ ਲੋਕਾਂ ਦੇ ਨੁਮਾਇੰਦਿਆਂ ਦੀ ਉਹਨਾਂ ਨੂੰ ਦੇਵਾਂਗੇ। ਲੋਕਾਂ ਨੇ MLA ਬਣਾਏ ਸੀ, MP ਬਣਾਏ ਸੀ, ਲੋਕਾਂ ਨੇ ਅਫਸਰ ਨਹੀਂ ਸੀ ਬਣਾਏ। ਤੇ ਕੋਈ ਅਫਸਰ ਸਾਰੇ ਸਿਸਟਮ ਨੂੰ ਚਲਾਏ, ਇਹ ਅਗਲੇ ਸਿਸਟਮ ਦੇ ਵਿੱਚ ਕੋਈ ਮਨਜ਼ੂਰ ਨਹੀਂ ਹੋਏਗਾ। ਲੈਜਿਸਲੇਚਰ ਦੀ ਤਾਕਤ ਬਹਾਲ ਕਰਾਂਗੇ। ਸੀਐਮ ਦਾ ਚਿਹਰਾ ਕਿਹੜਾ ਰਹੇਗਾ ਪੰਜਾਬ ਦੇ ਵਿੱਚ? ਮਿੱਤਰ ਪਿਆਰੇ ਮੈਂ ਸਾਰੀ ਰਾਤ ਪੜਦਾ ਰਿਹਾ, ਫਿਰ ਤੂੰ ਕਹਿੰਦਾ ਯਾਰ ਉਹ ਫਲਾਣਾ ਕੌਣ। ਧੰਨਵਾਦ, ਥੈਂਕ ਯੂ। ਆਉਣ ਵਾਲੀ ਹੋਇਆ 1-2 ਦਿਨ। ਪੌਲ, ਵੈਰੀ ਨਾਈਸ ਮੀਟਿੰਗ ਯੂ ਬ੍ਰਦਰ, ਥੈਂਕ ਯੂ ਵੈਰੀ ਮਚ ਫॉर ਕਮਿੰਗ। ਥੈਂਕ ਯੂ ਬ੍ਰਦਰ। ਸਾਰੇ ਜਣੇ, ਮੇਰੇ ਤੋਂ ਕੁਤਾਈ ਹੋ ਗਈ, ਸੌਰੀ।